पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आदि गुरु नमः, जुगादि गुरु नमः, ओ सतगुरु नमः, श्री गुरुदेव नमः। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 4 ਵਿਸਾਖ ਸੰਮਤ 554 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 17 ਅਪ੍ਰੈਲ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਪ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪ ਸਭ ਨੂੰ ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਤੇ ਅਸੀਂ ਚੱਲਦੇ ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਜਿੱਥੋਂ ਕੁਝ ਸਮੇਂ ਲਈ ਅਸੀਂ
ਸਿੱਧਾ ਪ੍ਰਸਾਦ ਸਰਵਨ ਕਰਾਂਗੇ। ਜਾਵੇ ਸਰ ਜਾਵੇ ਔਖ ਬਿਆਤੇ ਬਹੁ ਵਿਦਤਾਵੇ ਔਖ ਬਿਆਤੇ ਬਹੁ ਵਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਜਿਸ ਦੇਵੇ ਦੀਨ ਦਿਆਲਾ ਜੀਓ ਦੁਖ ਤਦੇ ਨਾਵੇਂ ਸਰ ਜਾਵੇ ਦੁਖ ਤਦੇ ਜਾਵੇ ਸਰ ਜਾਵੇ ਜਾਵੇ ਸਰ ਜਾਵੇ ਜਾਵੇ ਸਰ ਜਾਵੇ ਆਹੇ ਗੁਰੂ ਜਾਗ ਲਿਹੋ ਰੇ ਮਨਾ ਜਾਗ ਲਿਹੋ 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 ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਸੋ ਵੀ ਸੰਗ ਨ ਹੋਇਆ ਜਾਗ ਲਿਹੋ ਰੇ ਮਨਾ ਜਾਗ ਲਿਹੋ ਜਾਗ ਲਿਹੋ ਰੇ ਮਨਾ ਜਾਗ ਲਿਹੋ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਸਿਓ ਕੀਨਾ ਹਿਤ ਜਾਸਿਓ ਕੀਨਾ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਸਿਓ ਕੀਨਾ ਹਿਤ ਜਾਸਿਓ ਕੀਨਾ ਜੀਉ ਛੁਟਿਓ ਜਬ ਦੇਹ ਤੇ ਡਾਰੀ ਅਗਨ ਮੈਂ ਦੀਨਾ
जल की पीत पवन का थम भारत की बूंद का गारा हाड मास नाड़ी को पिंजर पंखी बसे बेचारा पंखी बसे बेचारा पंखी बसे बेचारा प्राणी क्या मेरा क्या तेरा प्राणी क्या मेरा क्या तेरा जैसे तरवर पंख बसेरा जैसे तरवर पंख बसेरा मात पिता सुत बंध जन हित जासु कीना हित जासु कीना जियो छुट्यो जब देह ते डारी अगन मेहदीना डार अगन मेहदीना जाग ले हो रे मन जाग ले हो जाग ले हो रे मन जाग ले हो कहाँ गाफिल सोया कहाँ गाफिल सोया जो तन उपजया संग ही सो भी संग न होया सो भी संग न होया जाग ले हो रे बड़ा जाग ले हो जाग ले हो रे बड़ा जाग ले हो जीवत लो त्योहार है जीवत लो व्यवहार है जग को तुम जानो जग को तुम जानो जग का तुम जानो जग को तुम जानो नानक हर गुण गाए ले नानक हर गुण गाए ले सब सुपन समानो राम गयो रावण गयो जातो परवार कहूँ नानक तेरे काच नहीं सुपने जो संसार सुपने जो संसार सुपने जो संसार जीवत लो त्योहार है जाग को तुम जानो जाग को तुम जानो नानक हर गुण गाए ले सब सुपन समानो सब सुपन समान कबीर हर का सिमरन जो करे सो सुखिया संसार इतियत कत है ना डोलई जिस राखे सिरजनहार जिस राखे सिरजनहार जिस राखे सिरजनहार नानक
ਹਰ ਗੁਣ ਗਾਏ ਲੈ ਸਭ ਸੁਪਨ ਸਮਾਨਾ ਸਭ ਸੁਪਨ ਸਮਾਨ ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮਕਾਲ ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ ਅੰਤ ਮਿਲੇ ਗੋਪਾਲ ਅੰਤ ਮਿਲੇ ਗੋਪਾਲ ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨਾ ਸਭ ਸੁਪਨ ਸਮਾਨੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਾਫਲ ਸੋਇਆ ਜੋ ਦਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਸੋ ਵੀ ਸੰਗ ਨ ਹੋਇਆ ਸੋ ਵੀ ਸੰਗ ਨ ਹੋਇਆ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਆਸੁਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਕਹਿਓ ਮਾਨ ਲੈ ਮੇਰੋ ਕਹਿਓ ਮਾਨ ਲੈ ਮੇਰੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾ ਕੁਵਾਰੀ ਕੀਨੀ ਤਿਗ ਜੀਵਨ ਨਹੀਂ ਰਹਿਣਾ ਤਿਗ ਜੀਵਨ ਨਹੀਂ ਰਹਿਣਾ ਤਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ ਆਪਣੀ ਪਤ ਸੇਤੀ ਘਰ ਜਾਵੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਸੋ ਵੀ ਸੰਗ ਨ ਹੋਇਆ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਰੇ ਨਰ ਏ ਸਾਚੀ ਜੀ ਤਾਰ ਰੇ ਨਰ ਏ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਵਾਹਿਗੁਰੂ ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ।
ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨ ਜਾਏ। ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜ਼ੂਰ ਖੁਦਾਏ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰਿਆ ਗੁਸ਼ਲ ਕਰਦਨ ਬੂਦਾ। ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਅੱਲਾਹ ਪਾਕੰ ਪਾਕ ਹੈ ਸ਼ੱਕ ਕਰੂੰ ਜੇ ਦੋਸਰ ਹੋਏ। कबीर करम करीम का ओहो कर जान सोए। अल्लाह पाकं पाक है शक करूं जे दोसर होए। कबीर करम करीम का ओहो कर जान सोए।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। वेद कतेब इफ्तरा पाई, दिल का फिकर न जाए। टुक दम करारी जो करहो, हाजिर हजूर खुदाए। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਅੱਜ ਦਾ ਇਹ ਹੁਕਮਨਾਮਾ ਰਾਗ ਤਲੰਗ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 727 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹੇ ਭਾਈ, ਵਾਦ ਵਿਵਾਦ ਦੀ ਖਾਤਰ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਦੇ ਕੇ ਵੱਧ ਗੱਲਾਂ ਕਰਨ ਦੇ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਹੇ ਭਾਈ, ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਲਈ ਵੀ ਟਿਕਾਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸੇਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਹੀ ਨਹੀਂ ਪਵੇਗੀ। ਹੇ ਭਾਈ, ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ। ਬਹਿਸ ਮੁਬਾਸੇ ਦੀ ਘਬਰਾਹਟ ਦੇ ਵਿੱਚ ਨਾ ਭਟਕ। ਇਹ ਜਗਤ ਇੱਕ ਜਾਦੂ ਜਿਹਾ ਹੈ, ਇੱਕ ਤਮਾਸ਼ਾ ਜਿਹਾ ਹੈ। ਇਸ ਵਿੱਚੋਂ ਇਸ ਵਿਅਰਥ ਵਾਦ ਵਿਵਾਦ ਦੀ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਰਹਾਓ, ਬੇਸਮਝ ਲੋਕ ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ੍ਹ ਕੇ ਕਿ ਇਹਨਾਂ ਨੇ ਜੋ ਕੁਝ ਲਿਖਿਆ ਹੈ ਝੂਠ ਹੈ, ਖੁਸ਼ ਹੋ ਕੇ ਬਹਿਸ ਕਰਦੇ ਨੇ। ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਦੇ ਵਿੱਚ ਵੀ ਵਸਦਾ ਹੈ। ਨਾ ਉਹ ਵੱਖਰਾ 7ਵੇਂ ਅਸਮਾਨ ਤੇ ਬੈਠਾ ਹੈ, ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ। 7ਵੇਂ ਅਸਮਾਨ ਤੇ ਵਿੱਚ ਬੈਠਣ ਦੀ ਥਾਂ ਹੈ ਭਾਈ, ਉਹ ਪ੍ਰਭੂ ਰੂਪ ਦਰਿਆ ਤੇ ਅੰਤ ਹੈ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ। ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਉਸ ਦੀ ਸਦਾ ਬੰਦਗੀ ਕਰ। ਇਹ ਭਗਤੀ ਦੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਰੱਬ ਸਭ ਤੋਂ ਪਵਿੱਤਰ ਹਸਤੀ ਹੈ, ਉਸ ਤੋਂ ਪਵਿੱਤਰ ਹੋਰ ਕੁਝ ਨਹੀਂ ਹੈ। ਇਸ ਗੱਲ ਵਿੱਚ ਮੈਂ ਤਾਂ ਹੀ ਸ਼ੱਕ ਕਰਾਂ ਜੇ ਰੱਬ ਵਰਗਾ ਦੂਜਾ ਹੋਵੇ। ਹੇ ਕਬੀਰ, ਇਸ ਭੇਦ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ ਯੋਗ ਬਣਾਏ, ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇਹੀ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ ਕੀਰਤਨ ਰੂਪ ਦੇ ਵਿੱਚ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ, ਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ
ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ। ਪਰ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ 'ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ, ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਦਸਤਗੀਰੀ ਨਾ ਹੈ, ਦਸਤਗੀਰੀ ਨਾ ਹੈ। ਬੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ वेद कतेब इफ्तरा पाई, दिल का फिक्र न जाए। तुक दम करारी जो करो, हाजिर हजूर खुदा, हाजिर हजूर खुदा, हाजिर हजूर खुदा। बंदे
परेशानी माहे, ना फिर परेशानी माहे बंदे। दरोग पढ़ पढ़ खुशी होए, बेखबर बात बकाहे। हक सच खालिक खलक में आने, श्याम मूरत नाहे, श्याम मूरत नाहे, श्याम मूरत नाहे बंदे। बंदे खोज दिल हर रोज, ना फिर परेशानी माहे, ना फिर परेशानी माहे बंदे। आसमान में आने लहंग दरिया, गुसल कर दन बूद। आसमान में आने लहंग दरिया, गुसल कर दन बूद। कर फकर दायम लाए चश्मे, जह तहाँ मौजूद, जह तहाँ मौजूद, जह तहाँ मौजूद बंदे। बंदे खोज दिल हर रोज, ना फिर परेशानी माहे, ना फिर परेशानी माहे बंदे। अल्लाह पाकं पाक है, शक करो जे दूसर होए। कबीर करम करीम का, ओ कर जाने सोए, ओ कर जाने सोए, ओ कर जाने सोए बंदे। बंदे खोज दिल हर रोज, ना फिर परेशानी माहे, ना फिर परेशानी माहे बंदे। बंदे खोज दिल हर रोज, ना फिर परेशानी माहे, ना फिर परेशानी माहे बंदे। बंदे बंदे ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਿਲੰਗ, the word of devotee Kabir Ji, one universal creator God by the grace of the true Guru. The Vedas and the scriptures are only make-believe, O siblings of destiny,
they do not relieve the anxiety of the heart. If you will only center yourself on the Lord, even for just a breath, then you shall see the Lord face to face, present before you. O human being, search your own heart every day and do not wander round in confusion. This world is just a magic show. No one will be holding your hand. False. Reading and studying falsehood. People are happy. In their ignorance, they speak nonsense. The true Creator Lord is diffused into His creation. He is not just the dark-skinned Krishna of legends. Through the 10th gate, the stream of nectar flows. Take your bath in this. Serve the Lord forever. Use your eyes and see Him ever present everywhere. The Lord is purest of the pure. Only through doubt could there be an other. O Kabir, mercy flows from the merciful Lord. He alone knows who acts. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। हम एह काज जगत मों आए, हम एह काज जगत मों आए, काज जगत मों आए, कर्म हेतु गुरुदेव पठाए, धर्म हेतु गुरुदेव पठाए, धर्म हेतु गुरुदेव पठाए, हम एह काज जगत मों आए, हम एह काज जगत मों आए, हम एह काज जगत मों आए, हम एह काज जगत मों आए। जहाँ तहाँ तुम धर्म बिठारो, जहाँ तुम धर्म बिठारो, जहाँ तहाँ तुम धर्म बिठारो, पढ़ो जहाँ तुम धर्म बिठारो, दुष्ट दोखियन पकड़ पछारो, पकड़ पछारो, हम एह काज जगत मों आए, 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 धर्म हेतु गुरुदेव पठाए, धर्म हेतु गुरुदेव पठाए, धर्म हेतु गुरुदेव पठाए, धर्म हेतु गुरुदेव पठाए, हम एह काज जगत मों आए, हम एह काज जगत मों आए।
याही काज तरा हम जन्म, याही काज तरा हम जन्म, याही काज तरा हम जन्म, याही काज तरा हम जन्म। समझ ले हो साधु सब मन मन, समझ ले हो साधु सब मन मन, हम एह काज जगत में आए, काज जगत में आए। धर्म चलावन संत उबारन, धर्म चलावन संत उबारन, धर्म चलावन संत उबारन, दुष्ट सबन को मूल उपारन, धर्म चलावन। संत उबारन, दुष्ट सबन को मूल उपारन, हम एह काज जगत मोआए। हम एह जगत कर्म में गुरुदेव पठाए, धर्म है गुरुदेव पठाए, धर्म चलावन संत उबारन, धर्म चलावन संत उबारन, ओ धर्म चलावन संत उबारन, धर्म चलावन संत उबारन, दुष्ट सबन को मूल उपारन, दुष्ट सबन को मूल उपारन, हम एह काज जगत मोआए, काज जगत मोआए, धर्म हेतु गुरुदेव पठाए, धर्म हेतु गुरुदेव पठाए, धर्म हेतु गुरुदेव पठाए, धर्म हेतु गुरुदेव पठाए, हम एह काज जगत मोआए, काज जगत मोआए, हम एह काज जगत मोआए, हम एह काज जगत ओ काज जगत जगत मोआए, हम एह काज मोआए,
ਜਗਤ ਹਾਂਜੀ, ਇਹ ਆਵਾਜ਼ ਸੀ ਭਾਈ ਗਗਨਦੀਪ ਸਿੰਘ ਜੀ ਸ੍ਰੀਨਗਰ, ਮਾਫ ਕਰਨਾ ਗੰਗਾ ਨਗਰ ਵਾਲਿਆਂ ਦੀ। ਤੇ ਸਾਡੇ ਵੱਲੋਂ ਇੱਕ ਵਾਰ ਫੇਰ ਆਪ ਸਭ ਨੂੰ ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। 1 ਮਈ ਵਾਲੇ ਦਿਨ, ਐਤਵਾਰ ਵਾਲੇ ਦਿਨ ਲੈਸਟਰ ਦੇ ਵਿੱਚ 2 ਸਾਲਾਂ ਦੇ ਬਾਅਦ ਫਿਰ ਨਗਰ ਕੀਰਤਨ ਹੋ ਰਿਹਾ ਹੈ ਤੇ ਜਿਹਦਾ ਖਾਈ ਡਿੱਠਾ ਹਾਲ ਅਸੀਂ ਆਪ ਜੀ ਦੇ ਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਜੀ ਰਾਗੀ ਨੇ। ਖਾਲਸਾ ਮੇਰੋ ਪਿੰਡ ਪਰਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਪਿੰਡ ਪਰਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਪਿੰਡ ਪਰਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰਾ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰਾ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ। ਖਾਲਸਾ ਮੇਰੋ ਪਿੰਡ ਪਰਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਪਿੰਡ ਪਰਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਇਸ਼ ਸੁਹਿਰਦ, ਖਾਲਸਾ ਮੇਰੋ ਕੀਤ ਬਿਰਦ। ਖਾਲਸਾ ਮੇਰੋ ਪਛਰ ਪਾਤਾ, ਖਾਲਸਾ ਮੇਰੋ ਸੁਖ ਐਲਾਦਾ। ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਖਾਲਸਾ ਮੇਰੀ ਸੋਬਾਸੀਲਾ, ਖਾਲਸਾ ਬੰਦ ਸਖਾ ਸਦ ਢੀਲਾ। ਖਾਲਸਾ ਮੇਰੀ ਜਾਤਰ ਪਤ, ਖਾਲਸਾ ਸੋਮਾ ਕੋਰ ਪਤ। ਖਾਲਸਾ ਮੇਰੋ ਪੌਣ ਪਣਾਰਾ, ਖਾਲਸੇ ਕਰ ਮੇਰੋ ਸਤਕਾਰਾ। ਖਾਲਸਾ ਮੇਰੋ ਸੋਜਨ ਪਰਵਾਰਾ, ਖਾਲਸਾ ਮੇਰੋ ਕਰਤੇ ਉਧਾਰਾ। ਮਾਨਵਤ ਮੇਰੀ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਖਾਲਸਾ ਮੇਰੋ ਕਰੇ ਨਿਰਵਾਹਾ, ਖਾਲਸਾ ਮੇਰੋ ਦੇ ਅਰਸਾ। ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਖਾਲਸਾ ਮੇਰੋ ਬੁੱਧ ਅਰ ਗਿਆਨ, ਖਾਲਸੇ ਕਾਹੋਂ ਧਰੋਂ ਧਿਆਨ। ਉਪਮਾ ਖਾਲਸੇ ਜਾਤ ਨ ਕਹੀ, जेवा एक पार न लगी। शेष रसन सारद सी बुद्ध तद पुना उपमा बरनत सुद। शेष रसन सारद सी बुद्ध
तद पुनः उपमा बरनत सुध या मेरंचना मिथ्या पाखी पार ब्रह्म गुरु नानक साखी। या मेरंचना मिथ्या पाखी पार ब्रह्म गुरु नानक साखी। खालसा मेरो पिंड परा खालसा मेरी जान की जान। रोम रोम जे रस ना पाऊं तत्व खालसा जसते गाऊं। हाँ खालसे को खालसा मेरो पोत पोत सागर बूंदेरो। खालसा अकाल पुरख की फौज प्रगट्यो खालसा परमात्म की मौज। जब लग खालसा रह गए नियारा तब लग तेज दियो मैं सारा। जब लग खालसा रह गए नियारा तब लग तेज दियो मैं सारा। जब ये गए विपरन की रीत मैं न करूं इनकी परतीत। जब ये गए विपरन की रीत मैं न करूं इनकी परतीत। खालसा मेरो पिंड परा खालसा मेरी जान की जान। खालसा मेरो पिंड परा खालसा मेरी जान की जान। ਹਾਂਜੀ ਇਹ ਰਸ ਭਿੰਨੀ ਆਵਾਜ਼ ਸੀ ਭਾਈ ਗੋਪਾਲ ਸਿੰਘ ਜੀ ਰਾਗੀ ਜੀ ਦੀ। ਤੇ ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਰਹਿਤ ਮਰਜ਼ਾਦਾ ਦੇ ਨਾਲ ਸੰਬੰਧਿਤ ਕੁਝ ਕੁ ਗੱਲਾਂ ਜਿਹੜੀਆਂ ਨੇ ਸਿੱਖ ਸਿਧਾਂਤ ਕਿਤਾਬ ਜਿਹੜੀ ਕਿ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੀ ਲਿਖੀ ਹੋਈ ਉਹਦੇ ਵਿੱਚੋਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਤੇ 4 ਬੱਜਰ ਕ੍ਰੈਤਾਂ ਜਿਹੜੀਆਂ ਦੱਸੀਆਂ ਗਈਆਂ ਸਨ ਉਹ ਸਨ ਕੇਸਾਂ ਦੀ ਬੇਅਦਬੀ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ, ਤੰਬਾਕੂ ਸ਼ਰਾਬ ਜਾਂ ਹੋਰ ਨਸ਼ਿਆਂ ਦਾ ਵਰਤਣਾ, ਕੁੱਠਾ ਅਥਵਾ ਮੁਰਦਾਰ ਜਾਂ ਮਾਸ ਖਾਣਾ। ਤੇ ਇਹਨਾਂ ਦਾ ਜਿਹੜਾ ਵਿਸਥਾਰ ਦੇ ਨਾਲ ਉਹਨਾਂ ਨੇ ਵਰਣਨ ਕੀਤਾ ਹੈ ਅਗਲੇ ਚੈਪਟਰ ਦੇ ਵਿੱਚ 4 ਬੱਜਰ ਕ੍ਰੈਤਾਂ ਦਾ ਵਿਸਥਾਰ ਉਹ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। मानस की जात सब एक है पहचान वो। 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 हिंदू तुर्क को राफजी इमाम शाफी। हिंदू तुर्क को राफजी इमाम शाफी। मानस की जात सब एक है पहचान वो। मानस की जात सब एक है पहचान वो।
ब्रह्मचारी को जतियन मान हो। मानस की जात सब एक है पहचान हो। मानस की जात सब एक है पहचान हो। करता करीम सोई राज रहीम ओई। करता करीम सोई राज रहीम ओई। दूसरों न भेद कोई भूल भरम मानवो। भेद कोई भूल भरम मानवो। मानस की जात सब एक है पहचान हो। मानस की जात सब एक है पहचान हो। एक ही की सेव सब ही को गुरुदेव एक ही की सेव सब ही को गुरुदेव एक ही स्वरूप सब एक जोत जानबो। सब एक जोत जानबो। मानस की जात सब एक है पहचान हो। मानस की जात सब एक है पहचान हो। हिंदू तुर्क को राफजी इमाम शाफी। राफजी इमाम शाफी। मानस की जात सब एक है पहचान हो। मानस की जात सब एक है पहचान हो। मानस की जात सब एक है पहचान हो। मानस की जात सब के पहचान बो। देहु राम सीत सोई पूजा और निवाज होई। मानस सब एक पे अनेक को भरमाऊ है। देवता दैव जक्ष गंधर्व तुर्क हिंदू न्यारे न्यारे देशन को पेश को प्रभाव है। मानस की जात सब एक है पहचान हो। मानस की जात सब एक है पहचान हो। हिंदू तुर्क को राफजी इमाम शाफी। हिंदू तुर्क को राफजी इमाम शाफी। मानस की जात सब एक है पहचान हो। मानस की जात
सबै एक पहचान वो। को भयो मुंडिया सन्यासी को जोगी भयो। को भयो मुंडिया सन्यासी को जोगी भयो। कोई ब्रह्मचारी को जतियन मानवो। कोई ब्रह्मचारी को जतियन मानवो। मानस की जात सबै एक है पहचान वो। मानस की जात सबै एक है पहचान वो। हिंदू तुर्क को राफजी इमाम शाफी। हिंदू तुर्क को राफजी इमाम शाफी। मानस की जात सबै एक है पहचान वो। 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 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਤੇ ਅਗਰ ਆਪ ਜੀ ਨੇ ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਇਸ ਸ਼ਬਦ ਤੋਂ ਪਹਿਲਾਂ ਅਰਜ਼ ਕੀਤੀ ਸੀ ਕਿ ਅਸੀਂ 4 ਬੱਜਰ ਕ੍ਰਿਤਾਂ ਦਾ ਵਿਸਥਾਰ ਜਿਹੜਾ ਹੈ ਬਾਬਾ ਇਕਬਾਲ ਸਿੰਘ ਜੀ ਨੇ ਸਿੱਖ ਸਿਧਾਂਤ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਨ। ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਲਈ ਅੰਮ੍ਰਿਤ ਛਕਣ ਵੇਲੇ 4 ਬੱਜਰ ਕ੍ਰਿਤਾਂ ਦੱਸੀਆਂ ਜੋ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਇੱਕ ਬੱਜਰ ਕ੍ਰਿਤ ਦੇ ਵੀ ਹੋ ਜਾਣ ਤੇ ਸਿੱਖ ਗੁਰਸਿੱਖ ਪਤਿਤ ਹੋ ਜਾਂਦਾ ਹੈ ਤੇ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਚੋਂ ਡਿੱਗ ਪੈਂਦਾ ਹੈ। ਦੁਨਿਆਵੀ ਦ੍ਰਿਸ਼ਟੀ ਵਿੱਚ ਭਾਵੇਂ ਉਹ ਸਿੱਖ ਹੀ ਦਿਸਦਾ ਹੋਵੇ। ਅਜਿਹਾ ਵਿਅਕਤੀ ਜੋ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਆਪਣੀ ਹਉਮੈ ਅਧੀਨ ਭਾਵੇਂ ਨਾਮ ਬਾਣੀ ਸਿਮਰਨ ਕਰਦਾ ਵੀ ਰਹੇ ਪਰੰਤੂ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਇਹਨਾਂ ਬੱਜਰ ਕ੍ਰਿਤਾਂ ਤੋਂ ਬਚਾ ਕੇ ਗੁਰੂ ਸਾਹਿਬ ਜੀ ਦਾ ਮੰਤਵ ਸਿੱਖ ਨੂੰ ਅਧਿਆਤਮਕ ਮਾਰਗ ਵੱਲ ਤੋਰਨ ਦਾ ਸੀ। ਵਾਸਤਵ ਵਿੱਚ ਜੋ ਵੀ ਉਪਦੇਸ਼ 10 ਗੁਰੂ ਸਾਹਿਬਾਨ ਨੇ ਇਨਸਾਨ ਨੂੰ ਦਿੱਤਾ ਉਹ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਸਤੇ ਸੀ ਅਥਵਾ ਪ੍ਰਭੂ ਨਾਲ ਮਿਲਾਪ ਕਰਨ ਵਾਸਤੇ ਸੀ। ਗੁਰੂ ਸਾਹਿਬਾਨ ਦਾ ਕੋਈ ਵੀ ਉਪਦੇਸ਼ ਦੁਨਿਆਵੀ ਦ੍ਰਿਸ਼ਟੀਕੋਣ ਵਾਲਾ ਨਹੀਂ ਸੀ ਜਿਸ ਨਾਲ ਦੁਬਿਧਾ ਦਵੈਤ ਭਾਵ ਈਰਖਾ ਤੇ ਬੈਰ ਵਿਰੋਧ ਵਧੇ। ਇਸ ਲਈ ਸਾਨੂੰ ਰਹਿਤਾਂ ਤੇ ਕੁਰੈਤਾਂ ਦੁਨਿਆਵੀ ਦ੍ਰਿਸ਼ਟੀਕੋਣ ਨਾਲ ਨਹੀਂ ਦੇਖਣੀਆਂ ਚਾਹੀਦੀਆਂ। ਕੇਸਾਂ ਦੀ ਬੇਅਦਬੀ ਗੁਰਮਤਿ ਦੇ ਵਿੱਚ ਕੇਸ ਅਥਵਾ ਰੋਮ ਪੈਰ ਦੇ ਅੰਗੂਠੇ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਕਤਲ ਕਰਨਾ ਬਵਰਜਿਤ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਨੂੰ ਇੱਕ ਬੱਜਰ ਕੁਰੈਤ ਦੱਸਿਆ ਹੈ। ਜੇ ਕੋਈ ਗੁਰਸਿੱਖ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਤਨਖਾਹ ਭਾਵ ਕਿ ਸਜ਼ਾ ਲੱਗਦੀ ਹੈ ਤੇ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਕੇਸਾਂ ਦਾ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਹੈ ਕਿਉਂਕਿ ਇਹ ਸਾਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਦਾਤ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਕੇਸ ਰੱਖਣੇ ਨੇ। ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਜਿਹੜੇ ਮਨੁੱਖ ਉਸ ਅਕਾਲ ਪੁਰਖ ਨਾਲ ਪਿਆਰ ਕਰਦੇ ਨੇ ਉਹ ਉਸ ਦੀ ਰਚਨਾ ਨਾਲ ਵੀ ਉਨਾ ਹੀ ਪਿਆਰ ਕਰਦੇ ਨੇ। ਮਨੁੱਖ ਵਿੱਚ ਅਕਾਲ ਪੁਰਖ ਦੇ ਸਰਗਣ ਸਰੂਪ ਨੂੰ ਵੇਖ ਕੇ ਉਸ ਦੇ ਚਿੰਨ੍ਹਾਂ ਦੀ ਉਸਤਤ ਗੁਰਬਾਣੀ ਇਸ ਪ੍ਰਕਾਰ ਕਰਦੀ ਹੈ।
ਤੇਰੇ ਬਾਂਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਮੜੇ ਬਾਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 500 ਸਟਾਰਟ। ਭਾਵ ਹੈ ਪ੍ਰਭੂ, ਤੇਰੇ ਸਰਗਣ ਸਰੂਪ ਦੇ ਨੈਣ ਵੰਕੇ ਨਿਰਾਲੇ ਹਨ, ਦੰਦ ਅਤੇ ਨੱਕ ਸੋਹਣੇ ਨੇ ਤੇ ਕੇਸ ਲੰਮੇ ਨੇ। ਅਸੀਂ ਜਦੋਂ ਵੀ ਕਿਸੇ ਇਨਸਾਨ ਦੀ ਸੁੰਦਰਤਾ ਨੂੰ ਬਿਆਨ ਕਰਦੇ ਹਾਂ ਤਾਂ ਉਸ ਦੇ ਚਾਰ ਚਿੰਨ੍ਹ ਅੱਖਾਂ, ਦੰਦ, ਨੱਕ ਤੇ ਕੇਸਾਂ ਦੇ ਹੀ ਨਕਸ਼ ਨੁਹਾਰ ਨੂੰ ਬਿਆਨ ਕਰਦੇ ਹਾਂ। ਗੁਰੂ ਸਾਹਿਬ ਦੇ ਇਸ ਫਰਮਾਨ ਤੋਂ ਇਹ ਸਪਸ਼ਟ ਹੈ ਕਿ ਪ੍ਰਭੂ ਦੇ ਸੋਹਣੇ ਸਰਗੁਣ ਸਰੂਪ ਪ੍ਰਤੀ ਵਰਣਨ ਕੀਤੇ ਚਾਰਾਂ ਹੀ ਚਿੰਨ੍ਹਾਂ ਦੀ ਬਰਾਬਰ ਦੀ ਮਹੱਤਤਾ ਹੈ। ਭਾਵ ਨੈਣ, ਦੰਦ, ਨੱਕ ਤੇ ਕੇਸ ਪ੍ਰਭੂ ਵੱਲੋਂ ਮਨੁੱਖ ਨੂੰ ਬਖਸ਼ੀ ਵਡਮੁੱਲੀ ਦਾਤ ਹਨ। ਮਨੁੱਖ ਦੇ ਸਰੀਰ ਦੇ ਮਹੱਤਵਪੂਰਨ ਅੰਗ ਹਨ। ਅੱਖਾਂ ਸੋਹਣੀਆਂ ਹਨ ਕਿਉਂਕਿ ਉਹ ਧਾਰਮਿਕ ਪੁਸਤਕਾਂ ਵੇਖ ਕੇ ਤੇ ਪੜ੍ਹ ਕੇ ਪ੍ਰਭੂ ਦਾ ਗਿਆਨ ਲੈਂਦੀਆਂ ਨੇ। ਦੰਦ ਚੰਗੇ ਨੇ ਕਿਉਂਕਿ ਉਹ ਭੋਜਨ ਨੂੰ ਚਿੱਥ ਕੇ ਪਚਾਉਣ ਵਿੱਚ ਮਦਦ ਕਰਦੇ ਨੇ ਤਾਂ ਜੋ ਸਰੀਰ ਰਿਸ਼ਟ-ਪੁਸ਼ਟ ਰਹੇ ਤੇ ਦੰਦਾਂ ਦੇ ਵਿੱਚ ਦੀ ਜ਼ੁਬਾਨ ਬਾਣੀ ਪੜ੍ਹ ਸਕੇ। ਨੱਕ ਸਰੀਰ ਨੂੰ ਜੀਉਣ ਵਾਸਤੇ ਸੁਆਸ ਪ੍ਰਦਾਨ ਕਰਦਾ ਹੈ ਤੇ ਪ੍ਰਭੂ ਦਾ ਸੁਆਸ ਹਰ ਵਕਤ ਸਿਮਰਨ ਕਰਨ ਵਿੱਚ ਸਹਾਈ ਹੁੰਦਾ ਹੈ। ਇਸੇ ਤਰ੍ਹਾਂ ਹੀ ਕੇਸ ਬਣਾਏ ਹਨ ਜੋ ਇਹ ਪ੍ਰਭੂ ਦੀ ਅਧਿਆਤਮਕ ਸ਼ਕਤੀ ਨੂੰ ਸਰੀਰ ਦੇ ਵਿੱਚ ਗ੍ਰਹਿਣ ਕਰਨ। ਇਹ ਤਾਂ ਵਾਸਤਵ ਵਿੱਚ ਮਨੁੱਖ ਦੀਆਂ ਨਾਮ ਸਿਮਰਨ ਦੀਆਂ ਆਦ੍ਰਿਸ਼ਟ ਜੀਭਾਂ ਹਨ ਜੋ ਪ੍ਰਭੂ ਦਾ ਸਿਮਰਨ ਕਰਦੀਆਂ ਰਹਿੰਦੀਆਂ ਨੇ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 948। ਦੁਨਿਆਵੀ ਦ੍ਰਿਸ਼ਟੀਕੋਣ ਵਾਲੇ ਮਨਮੁਖੀ ਲੋਕ ਪ੍ਰਭੂ ਦੇ ਬਖਸ਼ੇ ਇਹਨਾਂ ਅੰਗਾਂ ਦੀ ਮਹੱਤਤਾ ਤੇ ਅਧਿਆਤਮਕ ਦ੍ਰਿਸ਼ਟੀਕੋਣ ਨੂੰ ਨਹੀਂ ਸਮਝ ਪਾਉਂਦੇ ਤੇ ਉਹ ਆਪਣੇ ਨਿੱਜੀ ਸਵਾਰਥਾਂ ਤੇ ਵਿਸ਼ੇ ਵਿਕਾਰਾਂ ਲਈ ਇਹਨਾਂ ਦਾ ਇਸਤੇਮਾਲ ਕਰਦੇ ਹਨ। ਰਸਾਂ ਕਸਾਂ ਦੇ ਸੁੱਖਾਂ ਲਈ ਸਹਾਈ ਹੁੰਦੇ ਅੱਖ, ਨੱਕ, ਦੰਦ ਇਹ ਬਹੁਤ ਖਿਆਲ ਕਰਦੇ ਨੇ ਕਿ ਇਹਨਾਂ ਨੂੰ ਕੱਟਣ ਵੱਢਣ ਦਾ ਨਹੀਂ ਸੋਚਦੇ, ਪਰ ਕਿਉਂਕਿ ਕੇਸ ਇਹਨਾਂ ਵਿਸ਼ੇ ਵਿਕਾਰਾਂ ਦੇ ਲਈ ਸਹਾਈ ਨਹੀਂ ਹੁੰਦੇ, ਉਹ ਇਹਨਾਂ ਦੀ ਬੇਅਦਬੀ ਕਰਨ ਦੇ ਵਿੱਚ ਰੱਤੀ ਭਰ ਵੀ ਨਹੀਂ ਹਿਚਕਚਾਉਂਦੇ। ਅਸਲ ਵਿੱਚ ਜਿਨ੍ਹਾਂ ਇਨਸਾਨਾਂ ਨੂੰ ਇਸ ਸੰਸਾਰ ਵਿੱਚ ਆਉਣ ਦੇ ਮਨੋਰਥ ਪ੍ਰਤੀ ਚੇਤਨਾ ਹੁੰਦੀ ਹੈ ਤੇ ਉਹਨਾਂ ਵਿੱਚ ਪ੍ਰਭੂ ਮਿਲਾਪ ਦੀ ਤਾਂਘ ਹੁੰਦੀ ਹੈ, ਉਹ ਪ੍ਰਭੂ ਦੀ ਬਖਸ਼ੀ ਕੇਸਾਂ ਦੀ ਵਡਮੁੱਲੀ ਦਾਤ ਦੀ ਭੁੱਲ ਕੇ ਵੀ ਬੇਅਦਬੀ ਨਹੀਂ ਕਰਦੇ ਤੇ ਇਹਨਾਂ ਨੂੰ ਸੰਭਾਲ ਬਾਕੀ ਸਰੀਰਕ ਅੰਗਾਂ ਵਾਂਗ ਹੀ ਕਰਦੇ ਨੇ। ਇਸ ਕਰਕੇ ਜਿਤਨੇ ਪੁਰਾਤਨ ਸਮੇਂ ਦੇ ਵਿੱਚ ਤੇ ਅੱਜ ਕੱਲ੍ਹ ਦੇ ਅਵਤਾਰ, ਪੈਗੰਬਰ, ਔਲੀਏ, ਸੰਤ, ਭਗਤ ਤੇ ਮਹਾਂਪੁਰਸ਼ ਹੋਏ ਨੇ, ਉਹ ਕੇਸਾਂ ਦੀ ਬੜੀ ਪਵਿੱਤਰਤਾ ਦੇ ਨਾਲ ਸੰਭਾਲ ਕਰਦੇ ਹਨ ਅਤੇ ਸਰੀਰ ਦੇ ਕਿਸੇ ਰੋਮ ਦੀ ਵੀ ਬੇਅਦਬੀ ਨਹੀਂ ਕਰਦੇ। ਇਸ ਤੋਂ ਸਿੱਧ ਹੁੰਦਾ ਹੈ ਕਿ ਕੇਸ ਮਨ ਨੂੰ ਅਧਿਆਤਮਕ ਖੁਰਾਕ ਦੇਣ ਲਈ ਬਹੁਤ ਸਹਾਈ ਹੁੰਦੇ ਨੇ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸਾਂ ਦੀ ਬੇਅਦਬੀ ਨੂੰ ਇੱਕ ਬੱਜਰ ਕੁਰੈਤ ਦੱਸਿਆ ਹੈ। ਕੇਸ ਸਿੱਖ ਦੀ ਨੂਰੀ ਪਹਿਚਾਣ ਹਨ ਅਤੇ ਖਾਲਸੇ ਦੀ ਅਣਖ ਤੇ ਮਾਣ ਦਾ ਸਰੂਪ ਹਨ। ਕੇਸ ਸਿੱਖ ਦੇ ਭਾਗਸ਼ਾਲੀ ਸਰੂਪ ਦਾ ਸੁਹਾਵਣਾ ਗਹਿਣਾ ਹਨ ਅਤੇ ਸਿੱਖ ਹਮੇਸ਼ਾ ਗੁਰੂ ਨੂੰ ਇਸ ਦਾਤ ਦਾ ਧੰਨਵਾਦ ਕਰਦਿਆਂ ਅਰਦਾਸ ਕਰਦਾ ਹੈ ਕਿ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ। ਸਿੱਖ ਦਾ ਇਹ ਫਰਜ਼ ਹੈ ਕਿ ਅੱਜ ਦੀ ਦੁਨੀਆ ਦੀ ਫੈਸ਼ਨ ਪ੍ਰਸਤੀ ਨੂੰ ਤਿਆਗ ਕੇ ਕੁਦਰਤ ਦੀ ਅਸਲੀਅਤ ਗ੍ਰਹਿਣ ਕਰਨ ਵੱਲ ਧਿਆਨ ਲਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਹੇ ਬੰਦੇ, ਤੂੰ ਅਪਵਿੱਤਰ ਮਨ ਨੂੰ ਪਵਿੱਤਰ ਕਰਨ ਲਈ ਪ੍ਰਭੂ ਦਾ ਸਿਮਰਨ ਕਰ ਤਾਂ ਜੋ ਤੇਰੀ ਸੁਰਤ ਸ਼ਬਦ ਗੁਰੂ ਦੇ ਵਿੱਚ ਲੀਨ ਹੋ ਸਕੇ। ਤੇਰੀ ਸ਼ਕਲ ਜਿਸ ਤਰ੍ਹਾਂ ਵਾਹਿਗੁਰੂ ਨੇ ਬਣਾਈ ਹੈ ਉਸੇ ਤਰ੍ਹਾਂ ਦੀ ਹੀ ਰਹਿਣੀ ਚਾਹੀਦੀ ਹੈ ਤੇ ਸਿਰ ਤੇ ਦਸਤਾਰ ਸਜੀ ਹੋਈ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 1084 ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਨਾ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ। ਦਸਤਾਰ ਨਾ ਕੇਵਲ ਕੇਸਾਂ ਦੀ ਸੰਭਾਲ ਵਾਸਤੇ ਹੈ,
ਇਹ ਇਨਸਾਨ ਦੀ ਇੱਜ਼ਤ ਤੇ ਸ਼ਾਨ ਦਾ ਵੀ ਇੱਕ ਚਿੰਨ੍ਹ ਹੈ, ਜਿਸ ਖਾਤਰ ਉਹ ਕੋਈ ਵੀ ਕੁਕਰਮ ਨਹੀਂ ਕਰਦਾ। ਆਮ ਕਹਾਵਤ ਹੈ ਕਿ ਬਜ਼ੁਰਗ ਆਪਣੇ ਬੱਚਿਆਂ ਤੇ ਸੰਬੰਧੀਆਂ ਨੂੰ ਕਹਿੰਦੇ ਹਨ ਕਿ ਮੇਰੀ ਪੱਗ ਦੀ ਲਾਜ ਰੱਖੀ। ਕੇਸ ਖਾਲਸੇ ਦੀ ਵਿਲੱਖਣਤਾ ਦੇ ਪ੍ਰਤੀਕ ਹਨ। ਗੁਰੂ ਸਾਹਿਬ ਨੇ ਕਾਬਲ ਤੋਂ ਆਈ ਸੰਗਤ ਨੂੰ ਭੇਜੇ ਹੁਕਮਨਾਮੇ ਦੇ ਵਿੱਚ ਕੇਸਾਂ ਨੂੰ ਆਪਣੀ ਮੋਹਰ ਕਿਹਾ ਹੈ ਤੇ ਹਰ ਸਿੱਖ ਤੇ ਇਹ ਬੰਦਸ਼ ਲਗਾਈ ਹੈ ਕਿ ਉਹ ਆਪਣੇ ਸਿਰ ਤੇ ਕੇਸ ਰੱਖੇ। 24 ਮਈ 1699 ਈਸਵੀ ਨੂੰ ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਸਤਾਖਰਾਂ ਹੇਠ ਜਾਰੀ ਹੋਇਆ, ਜਿਸ ਦੇ ਕੁਝ ਮੂਲ ਅੰਸ਼ ਇਸ ਪ੍ਰਕਾਰ ਨੇ। ਇੱਕ ਓੰਕਾਰ ਸਤਿਗੁਰ ਜੀ ਸਹਾਏ, ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ, ਇਹ ਸਾਡੀ ਮੋਹਰ ਹੈ। ਸਰਬਲੋਹ ਦਾ ਕੜਾ ਹੱਥ ਰੱਖਣਾ, ਦੋਨੇ ਵਕਤ ਕੇਸਾਂ ਦੀ ਪਾਲਣਾ ਕਰਨੀ। ਸਰਬੱਤ ਸੰਗਤ ਅਪਾਖਿਆ ਕਾ ਕੁੱਠਾ ਖਾਵੇ ਨਹੀਂ, ਤਮਾਕੂ ਨਾ ਵਰਤਣਾ। ਕੇਸ ਗੁਰੂ ਦੀ ਮੋਹਰ ਹਨ। ਉਹ ਵੱਡੇ ਤੋਂ ਵੱਡੇ ਕਸ਼ਟ ਵਿੱਚ ਵੀ ਆਪਣੀ ਮੋਹਰ ਲੱਗੀ ਹੋਈ ਦੇਖ ਕੇ ਆਪਣੇ ਸਿੱਖ ਨੂੰ ਬਚਾ ਲੈਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੰਗਾਣੀ ਪਾਉਂਟਾ ਸਾਹਿਬ ਦਾ ਯੁੱਧ ਜਿੱਤਿਆ। ਉਸ ਵਿੱਚ ਸੰਢੌਰੇ ਦੇ ਮੁਸਲਮਾਨ ਪੀਰ ਬੁੱਧੂ ਸ਼ਾਹ ਦੇ ਸਪੁੱਤਰ ਤੇ ਬਹੁਤ ਸਾਰੇ ਉਸਦੇ ਮਰੀਦ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕਰਦੇ ਹੋਏ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ ਪਾਉਂਟਾ ਸਾਹਿਬ ਵਿਖੇ ਯੋਧਿਆਂ ਨੂੰ ਧਨ ਦੀਆਂ ਢਾਲਾਂ ਭਰ ਭਰ ਕੇ ਇਨਾਮ ਵਜੋਂ ਦਿੱਤੀਆਂ। ਜਦੋਂ ਪੀਰ ਬੁੱਧੂ ਸ਼ਾਹ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਉਸ ਵਕਤ ਗੁਰੂ ਸਾਹਿਬ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਪੀਰ ਬੁੱਧੂ ਸ਼ਾਹ ਵੱਲ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਫਰਮਾਉਣ ਲੱਗੇ, ਪੀਰ ਜੀ, ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਤੇ ਤਰੁੱਠੇ ਹਨ। ਮੰਗ ਲਓ ਦੀਨ ਦੁਨੀਆ ਦੀ ਪਾਤਸ਼ਾਹੀ। ਇਹ ਸੁਣ ਕੇ ਪੀਰ ਜੀ ਨੇ ਹੱਥ ਜੋੜ ਕੇ ਵੈਰਾਗ ਦੇ ਵਿੱਚ ਅੱਖਾਂ ਚੋਂ ਨੀਰ ਵਹਾਉਂਦੇ ਹੋਏ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਹੇ ਪਾਤਸ਼ਾਹ, ਜੇ ਤਰੁੱਠੇ ਹੋ ਤਾਂ ਆਪ ਜੀ ਆਪਣਾ ਕੰਘਾ ਜਿਸ ਵਿੱਚ ਕੇਸ ਹਨ ਦਾਸ ਨੂੰ ਬਖਸ਼ਿਸ਼ ਕਰ ਦਿਓ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ ਕਿ ਆਪ ਜੀ ਦੇ ਇੱਕ ਇੱਕ ਕੇਸ ਦੇ ਵਿੱਚ ਦੀਨ ਦੁਨੀਆ ਦੀ ਪਾਤਸ਼ਾਹੀ ਛੁਪੀ ਹੋਈ ਹੈ। ਸਾਰੀ ਦੀਨ ਦੁਨੀਆ ਮੇਰੇ ਪ੍ਰਕਾਸ਼ ਕਰਨ ਵਾਲੇ ਮਹਿਬੂਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰ ਤੇ ਪਈ ਹੈ। ਮੇਰੇ ਪਿਆਰੇ ਗੁਰੂ ਸਾਹਿਬ ਦੇ ਇੱਕ ਇੱਕ ਕੇਸ ਦਾ ਮੁੱਲ 2 ਜਹਾਨ ਦੀਆਂ ਬਾਦਸ਼ਾਹੀਆਂ ਨੇ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਦੀਨ ਦੁਨੀਆ ਦਰ ਕਮੰਦੇ ਆਪ ਪਰੀ ਰੁਖਸਾਰ ਮਾਂ, ਹਰ 2 ਆਲਮ ਕੀਮਤੇ ਜਾ ਕਤਾਰ ਮੁਏ ਜਾਰਮਾ। ਪੀਰ ਜੀ ਨੇ ਗੁਰੂ ਸਾਹਿਬ ਤੋਂ ਇਹ ਅਮੁੱਲ ਦਾਤ ਪ੍ਰਾਪਤ ਕਰਕੇ ਕੇਸਾਂ ਨੂੰ ਚੁੰਮਿਆ। ਘਰ ਆਇਆ ਤਾਂ ਆਪਣੀ ਬੇਗਮ ਨੂੰ ਸਾਰੀ ਵਿਥਿਆ ਦੱਸੀ ਕਿ ਤੇਰੇ ਲੜਕੇ ਸ਼ਹਾਦਤ ਦੇ ਕੇ ਖੁਦਾ ਨੂੰ ਕਬੂਲ ਹੋ ਗਏ ਨੇ। ਆ ਲੈ ਗੁਰੂ ਸਾਹਿਬ ਜੀ ਦੀ ਅਮੋਲਕ ਬਖਸ਼ਿਸ਼। ਉਸਨੇ ਵੀ ਬੈਰਾਗਮਈ ਪਿਆਰ ਦੇ ਵਿੱਚ ਕੇਸਾਂ ਨੂੰ ਚੁੰਮਿਆ ਤੇ ਮੱਥੇ ਤੇ ਲਾਇਆ ਤੇ ਸੰਭਾਲ ਕੇ ਰੱਖਿਆ। ਇਹ ਸੀ ਇੱਕ ਸੱਚੇ ਮੁਸਲਮਾਨ ਮਰੀਦ ਦਾ ਕੇਸਾਂ ਪ੍ਰਤੀ ਸਤਿਕਾਰ। ਕੇਸਾਂ ਦੀ ਮਹਾਨਤਾ ਬਾਰੇ ਸਿੱਖ ਇਤਿਹਾਸ ਦੇ ਵਿੱਚ ਵਰਣਨ ਕੀਤਾ ਗਿਆ ਹੈ ਕਿ ਭਾਈ ਤਾਰੂ ਸਿੰਘ ਜੀ ਮਾਝੇ ਦੇ ਇੱਕ ਪਿੰਡ ਪੂਲਾ ਦੇ ਵਸਨੀਕ ਸਨ, ਜਿਨ੍ਹਾਂ ਨੇ ਆਪਣਾ ਜੀਵਨ ਗੁਰਸਿੱਖੀ ਵਿੱਚ ਢਾਲਿਆ ਹੋਇਆ ਸੀ। ਜਦੋਂ 18ਵੀਂ ਸਦੀ ਦੇ ਵਿੱਚ ਸਿੱਖ ਕੌਮ ਨੂੰ ਕਾਨੂੰਨ ਵਿਰੁੱਧ ਕਰਾਰ ਦਿੱਤਾ ਗਿਆ ਤੇ ਸਰਕਾਰੀ ਐਲਾਨ ਕੀਤਾ ਗਿਆ ਕਿ ਸਿੱਖ ਨੂੰ ਜਿਉਂਦਾ ਫੜ ਕੇ ਜਾਂ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ, ਤਦ ਪਿੰਡਾਂ ਦੇ ਵਿੱਚ ਸਿੱਖਾਂ ਦਾ ਵਸਣਾ ਔਖਾ ਹੋ ਗਿਆ। ਇਸ ਭਿਆਨਕ ਸਮੇਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਸਿੰਘਾਂ ਦੀ ਸੇਵਾ ਕਰਦੇ ਸਨ। ਪਿੰਡ ਪੂਲਾ ਦੇ ਇੱਕ ਵਿਅਕਤੀ ਨੇ ਇਨਾਮ ਦੇ ਲਾਲਚ ਵਿੱਚ ਆ ਕੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਉਸ ਦੇ ਪਿੰਡ ਵਿੱਚ ਇੱਕ ਸਿੱਖ ਵਸਦਾ ਹੈ, ਜਿਸ ਪਾਸ ਸਿੱਖ ਆ ਕੇ ਰਹਿੰਦੇ ਨੇ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਉਹਨਾਂ ਨੇ ਮੁਸੀਬਤ ਪਾਈ ਹੋਈ ਹੈ। ਉਸ ਦੀ ਸ਼ਿਕਾਇਤ ਤੇ ਤੁਰੰਤ ਹੀ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ
23 ਸਾਲ ਦੀ ਉਮਰ ਦੇ ਭਾਈ ਤਾਰੂ ਸਿੰਘ ਜੀ ਦਾ ਜਲਾਲ ਦੇਖ ਕੇ ਜ਼ਕਰੀਆ ਖਾਂ ਬਹੁਤ ਪ੍ਰਭਾਵਿਤ ਹੋਇਆ ਤੇ ਭਾਵੁਕ ਹੋ ਕੇ ਉਸਦੇ ਮੂੰਹੋਂ ਨਿਕਲਿਆ, ਯਾ ਅੱਲਾ, ਇਹ ਤਾਂ ਤੇਰਾ ਨੂਰ ਦਿਸਦਾ ਹੈ, ਇਸ ਨੂੰ ਤਾਂ ਮੁਸਲਮਾਨ ਹੋਣਾ ਚਾਹੀਦਾ ਸੀ। ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਂ ਕਹਿਣ ਲੱਗਾ ਕਿ ਮੈਨੂੰ ਤੇਰੀ ਰੱਬੀ ਸੂਰਤ ਆਕਰਸ਼ਿਤ ਕਰ ਰਹੀ ਹੈ, ਮੈਂ ਤੈਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਚਾਹੁੰਦਾ। ਇਹ ਸੁਣ ਕੇ ਭਾਈ ਤਾਰੂ ਸਿੰਘ ਜੀ ਦੀਆਂ ਅੱਖਾਂ 'ਚ ਬੈਰਾਗਮਈ ਅਥਰੂ ਆ ਗਏ ਤੇ ਬੜੇ ਜਲਾਲ ਦੇ ਵਿੱਚ ਕਹਿਣ ਲੱਗੇ, ਇਹ ਤਾਂ ਤੁਸੀਂ ਮੇਰੀ ਜ਼ਿੰਦਗੀ ਤੇ ਕਲੰਕ ਲਾਉਣਾ ਚਾਹੁੰਦੇ ਹੋ। ਕਿੰਨੇ ਹੀ ਮੇਰੇ ਸਿੱਖ ਭੈਣ ਭਰਾ ਆਪਣੇ ਪ੍ਰੀਤਮ ਦੀ ਸ਼ਹਾਦਤ ਰੂਪੀ ਪਿਰਮ ਪਿਆਲਾ ਪੀ ਕੇ ਅਮਰ ਹੋ ਗਏ ਨੇ, ਤੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੇਰੀ ਜਾਨ ਬਖਸ਼ ਦੇਵਾਂ। ਨਵਾਬ ਨੇ ਫਿਰ ਲਾਲਚ ਦਿੰਦਿਆਂ ਕਿਹਾ, ਜੇ ਤੂੰ ਕੇਸ ਕਤਲ ਕਰਵਾ ਕੇ ਇਸਲਾਮ ਕਬੂਲ ਕਰ ਲਏ ਤਾਂ ਤੇਰੀਆਂ ਸ਼ਾਦੀਆਂ ਬੇਗਮਾਂ ਨਾਲ ਕੀਤੀਆਂ ਜਾਣਗੀਆਂ, ਫੌਜ ਦੇ ਵਿੱਚ ਉੱਚਾ ਅਹੁਦਾ ਦਿੱਤਾ ਜਾਵੇਗਾ, ਜਗੀਰਾਂ ਦਿੱਤੀਆਂ ਜਾਣਗੀਆਂ, ਜ਼ਿੰਦਗੀ ਦੀ ਐਸ਼ੋ ਇਸ਼ਰਤ ਦੇ ਸਾਰੇ ਸਾਜੋ ਸਮਾਨ ਦਿੱਤੇ ਜਾਣਗੇ। ਪਰ ਗੁਰੂ ਦੇ ਸਿੱਖ ਨੇ ਬੜੀ ਦਲੇਰੀ ਦੇ ਨਾਲ ਜਵਾਬ ਦਿੱਤਾ, ਸੂਬੇਦਾਰ ਸਾਹਿਬ, ਤੁਸੀਂ ਮੇਰਾ ਸਿਰ ਲੈ ਸਕਦੇ ਹੋ ਪਰ ਕੇਸ ਨਹੀਂ। ਕੇਸ ਅਕਾਲ ਪੁਰਖ ਦੀ ਮੋਹਰ ਨੇ। ਸਾਡੇ ਗੁਰੂ ਨੇ ਸਾਨੂੰ ਇਹਨਾਂ ਨੂੰ ਸਾਬਤ ਸੂਰਤ ਰੱਖਣ ਦਾ ਹੁਕਮ ਕੀਤਾ ਹੈ। ਕੇਸ ਇਲਾਹੀ ਆਨੰਦ ਤੇ ਸਾਡੀ ਜ਼ਿੰਦਗੀ ਦਾ ਸੋਮਾ ਹਨ। ਅਸੀਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣੀ ਹੈ। ਕੇਸਾਂ ਦੀ ਬੇਅਦਬੀ ਦੇ ਮੁਕਾਬਲੇ ਤੁਹਾਡੀ ਹਕੂਮਤ ਦੇ ਅਹੁਦੇ, ਜਗੀਰਾਂ ਤੇ ਬੇਗਮਾਂ ਦੇ ਡੋਲੇ ਤੁੱਛ ਹਨ। ਜ਼ਕਰੀਆ ਖਾਂ ਇਹ ਨਿਰਭੈਤਾ ਦੇ ਬੋਲ ਸੁਣ ਕੇ ਅੱਗ ਬਬੂਲਾ ਹੋ ਗਿਆ, ਪਰ ਫਿਰ ਵੀ ਭਾਈ ਸਾਹਿਬ ਦਾ ਨਰੂਨੀ ਚਿਹਰਾ ਵੇਖ ਕੇ ਸ਼ਾਂਤ ਹੋ ਗਿਆ ਤੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਜੇ ਇਹ ਕੇਸ ਕਤਲ ਕਰਵਾ ਲਵੇ ਤਾਂ ਇਸ ਦੀ ਜਾਨ ਬਖਸ਼ ਦਿਓ। ਜਦੋਂ ਭਾਈ ਸਾਹਿਬ ਨੂੰ ਕੇਸ ਕਤਲ ਕਰਵਾਉਣ ਲਈ ਪ੍ਰੇਰਿਆ ਤਾਂ ਉਹਨਾਂ ਨੇ ਨਾਮ ਬਾਣੀ ਦੀ ਸ਼ਕਤੀ ਨਾਲ ਐਸੀ ਗਰਜ ਮਾਰੀ, ਤੁਸੀਂ ਮੇਰੇ ਕੇਸਾਂ ਨੂੰ ਹੱਥ ਨਹੀਂ ਲਾ ਸਕਦੇ, ਬੇਸ਼ੱਕ ਮੇਰਾ ਖੋਪਰ ਉਤਾਰ ਦਿਓ। ਜਦੋਂ ਸੂਬੇ ਨੇ ਇਹ ਸੁਣਿਆ ਤਾਂ ਉਸ ਨੇ ਗੁੱਸੇ ਵਿੱਚ ਹੁਕਮ ਕਰ ਦਿੱਤਾ ਕਿ ਇਸ ਦੀ ਖੋਪਰੀ ਉਤਾਰ ਦਿਓ। ਸੰਤ ਅਤਰ ਸਿੰਘ ਜੀ ਮਾਸਤੂਆਣਾ ਵਾਲੇ ਜੋ ਕਿ ਸਿੱਖ ਪੰਥ ਦੇ ਸ਼੍ਰੋਮਣੀ ਮਹਾਂਪੁਰਖ ਹੋਏ ਨੇ, ਦੱਸਦੇ ਸਨ ਕਿ ਜੰਮਦਾ ਤਾਂ ਸਾਰਾ ਖਾਲਸਾ ਹੀ ਹੁੰਦਾ ਹੈ, ਪਰ ਨਾਈ ਇਸ ਦੇ ਰੂਪ ਨੂੰ ਵਿਗਾੜ ਕੇ ਕਿਸੇ ਦੀ ਬੋਦੀ ਰੱਖ ਕੇ ਹਿੰਦੂ ਜਾਂ ਸੁੰਨਤ ਕਰਕੇ ਮੁਸਲਮਾਨ ਬਣਾ ਦਿੰਦਾ ਹੈ। ਸੈਨ ਹੋਜ਼ੇ ਯੂਨੀਵਰਸਿਟੀ ਅਮਰੀਕਾ ਦੇ ਨੇ ਕੇਸਾਂ ਬਾਰੇ ਭਰਪੂਰ ਖੋਜ ਕਰਨ ਉਪਰੰਤ ਇਹ ਸਿੱਟਾ ਕੱਢਿਆ ਕਿ ਸਾਬਤ ਸੂਰਤ ਵਾਲਾ ਮਨੁੱਖ ਰਸ ਭਰਿਆ, ਭਰਵਾਂ, ਸੰਪੂਰਨ ਸੋਹਣਾ ਤੇ ਇਰਾਦੇ ਦਾ ਪੱਕਾ, ਦਲੇਰ, ਉਦਾਰਚਿਤ, ਲੰਮੀ ਨਜ਼ਰ ਤੇ ਦੂਰ ਦ੍ਰਿਸ਼ਟੀ ਵਾਲਾ ਹੁੰਦਾ ਹੈ। ਸ੍ਰੀ ਰਾਮਚੰਦਰ ਜੀ ਕੇਸਾਧਾਰੀ ਸਨ, ਜਿਸ ਦਾ ਜ਼ਿਕਰ ਤੁਲਸੀਦਾਸ ਨੇ ਤੁਲਸੀ ਰਾਮਾਇਣ ਦੇ ਵਿੱਚ ਕੀਤਾ ਹੈ। ਸਕਲ ਸੋਚ ਕਰ ਰਾਮ ਨਹਾਵਾ, ਸੁਚ ਸਜਾਨ ਬਟ ਖੀਰ ਮੰਗਾਵਾ, ਅਨੁਜ ਸਾਹਿਬ ਸਿਰ ਜਟਾਂ ਬਣਾਏ, ਦੇਖ ਸੁਮੰਤਰ ਜਲ ਛਾਏ। ਹਿੰਦੂ ਮਤ ਵਿੱਚ ਕੇਸਾਧਾਰੀ ਹੋਣ ਕਰਕੇ ਸ੍ਰੀ ਕ੍ਰਿਸ਼ਨ ਜੀ ਨੂੰ ਕੇਸ਼ਵ ਕਿਹਾ ਜਾਂਦਾ ਹੈ। ਬਾਂਸੀ ਵਾਲੇ ਆਓ ਹਮਾਰੇ ਦੇਸ, ਤੇਰੀ ਸੋਹਣੀ ਸੁਰਤ ਲਾਂਬੇ ਕੇਸ, ਸੂਰਦਾਸ ਜੀ। ਤੇ ਭਾਗਵਤ ਗੀਤਾ ਦੇ ਵਿੱਚ ਵਰਣਨ ਹੈ, ਬ੍ਰਹਮਚਾਰੀ ਕਾ ਯਹ ਧਰਮ ਹੈ, ਸਭੀ ਜਟਾ ਸਿਰ पर रखे, सिर दाढ़ी और शरीर का किसी अंग का बाल न कटावे। ਹਿੰਦੂ ਵੇਦਾਂ ਸ਼ਾਸਤਰਾਂ ਵਿੱਚ ਵੀ ਕੇਸ ਰੱਖਣ ਤੇ ਉਹਨਾਂ ਦੀ ਮਹੱਤਤਾ ਦਾ, ਜਿਸ ਨਾਲ ਦੁਨਿਆਵੀ ਤੇ ਅਧਿਆਤਮਿਕ ਸ਼ਕਤੀਆਂ ਮਿਲਦੀਆਂ ਨੇ, ਬਹੁਤ ਜ਼ਿਕਰ ਆਉਂਦਾ ਹੈ, ਜਿਸ ਦਾ ਹਵਾਲਾ ਗਿਆਨੀ ਊਧਮ ਸਿੰਘ ਜੀ ਦੀ ਪੁਸਤਕ ਕੇਸ ਚਮਤਕਾਰ ਦੇ ਵਿੱਚ ਮਿਲਦਾ ਹੈ। ਈਸਾਈ ਮਤ ਦੇ ਬਾਨੀ ਈਸਾ ਜੀ ਵੀ ਕੇਸਧਾਰੀ ਸਨ, ਕਿਉਂਕਿ ਇਹਨਾਂ ਦੇ ਸ਼ਰਧਾਲੂਆਂ ਨੇ ਇਹਨਾਂ ਦੀਆਂ ਤਸਵੀਰਾਂ ਕੇਸਧਾਰੀ ਰੂਪ ਵਿੱਚ ਦਿੱਤੀਆਂ ਹਨ। ਯਹੂਦੀ ਮਜ਼ਹਬ ਦੇ ਬਾਨੀ ਹਜ਼ਰਤ ਮੂਸਾ, ਹਜ਼ਰਤ ਯਾਕੂਬ, ਹਜ਼ਰਤ ਨੂਰ ਸਭ ਕੇਸਾਧਾਰੀ ਸਨ। ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਕੇਸ ਰੱਖੇ ਸਨ ਤੇ ਹਜ਼ਰਤ ਇਬਰਾਹਿਮ ਵੀ ਕੇਸਾਧਾਰੀ ਸਨ। ਗੌਤਮ ਬੁੱਧ, ਜੋ ਕਿ ਬੁੱਧ ਮਤ ਦੇ ਬਾਨੀ ਸਨ, ਉਹਨਾਂ ਬਾਰੇ ਅਖਬਾਰ ਟ੍ਰਿਬਿਊਨ ਫਰਵਰੀ 1992 ਦੇ ਵਿੱਚ ਇੱਕ ਲੇਖ ਵਿੱਚ ਦੱਸਿਆ ਗਿਆ ਕਿ ਟੈਕਸਲਾ ਦੀ ਖੁਦਾਈ ਸਮੇਂ ਗੌਤਮ ਬੁੱਧ ਦਾ ਬਹੁਤ ਪੁਰਾਣਾ ਬੁੱਤ ਕੇਸਾਧਾਰੀ ਦੇ ਰੂਪ ਦੇ ਵਿੱਚ ਮਿਲਿਆ।
ਸਮਾਜ ਸ਼ਾਸਤਰੀਆਂ ਦੇ ਉੱਘੇ ਲੇਖਕਾਂ ਨੇ ਕੇਸਾਂ ਦੇ ਕਈ ਪੱਖਾਂ ਤੇ ਅਧਿਐਨ ਕਰਕੇ ਇਸ ਪ੍ਰਤੀ ਆਪਣੇ ਵਿਚਾਰ ਪ੍ਰਗਟਾਏ ਨੇ, ਜੋ ਇਸ ਤਰ੍ਹਾਂ ਨੇ। ਲੇਡੀ ਮੈਕਮਿਲਨ, ਇੱਕ ਅੰਗਰੇਜ਼ ਲੇਖਕਾ ਮੈਕਮਿਲਨ, ਸਿੱਖਾਂ ਦੇ ਕੇਸਾਂ ਬਾਰੇ ਮਨੋਵਿਗਿਆਨਕ ਤੌਰ ਤੇ ਵਿਸ਼ਲੇਸ਼ਣ ਕਰਕੇ ਇਸ ਤਰ੍ਹਾਂ ਕਹਿੰਦੀ ਹੈ, ਮੇਰੇ ਪਿਆਰੇ ਸਿੱਖ ਵੀਰੋ, ਤੁਹਾਡੇ ਸਿਰਾਂ ਤੇ ਸੁਸ਼ੋਭਿਤ ਕੇਸਾਂ ਨੂੰ ਸਿਰਫ ਵਾਲ ਹੀ ਨਾ ਸਮਝੋ। ਇਹ ਤਾਂ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਕਤੀਸ਼ਾਲੀ ਬਿਜਲੀ ਘਰ ਦੇ ਨਾਲ ਜੋੜਦੀਆਂ ਨੇ। ਤੁਸੀਂ ਸੁਭਾਗੇ ਹੋ ਕਿ ਇਸ ਅਮੁੱਲ ਦਾਤ ਨੂੰ ਜੋ ਤੁਹਾਨੂੰ ਮਿਲੀ ਹੈ। ਗੁਰੂ ਸਾਹਿਬ ਦੀ ਇਹ ਨਿਸ਼ਾਨੀ ਕੇਸਾਂ ਨੂੰ ਤੁਹਾਨੂੰ ਇਵੇਂ ਸਮਝਣਾ ਚਾਹੀਦਾ ਹੈ ਜਿਵੇਂ ਕਿ ਇਹ ਭਾਰਤ ਮਾਤਾ ਦੇ ਸਤਿਕਾਰਯੋਗ ਸੀਸ ਉੱਤੇ ਸੱਭਿਆਚਾਰਕ ਤਾਜ ਹੈ। M.A. ਸਟੀਲ ਕੇਸ ਲਿਖਦੇ ਨੇ ਕਿ ਕੇਸ ਮਨੁੱਖ ਨੂੰ ਰੱਬ ਵੱਲੋਂ ਬਖਸ਼ੀ ਪੁਸ਼ਾਕ ਨੇ, ਖੂਬਸੂਰਤੀ ਦਾ ਅਨਮੋਲ ਖਜ਼ਾਨਾ ਨੇ ਤੇ ਪ੍ਰਤਾਪੀ ਤਾਜ ਦੀ ਨਿਆਈ ਹੈ। ਰਵਿੰਦਰਨਾਥ ਟੈਗੋਰ ਆਪ ਜੀ ਕਿਹਾ ਕਰਦੇ ਸਨ ਕਿ ਕੇਸਾਧਾਰੀ ਸੂਰਤ ਹੀ ਮਨੁੱਖ ਦੀ ਸਭ ਤੋਂ ਸ੍ਰੇਸ਼ਟ ਸ਼ਕਲ ਹੈ। ਜਦ ਆਪ ਜੀ ਨੂੰ ਅਧਿਆਤਮਕ ਚੇਤਨਾ ਅਨੁਭਵ ਹੋਈ ਤਾਂ ਆਪ ਜੀ ਨੇ ਸਰੀਰ ਦੇ ਸਾਰੇ ਰੋਮਾਂ ਦਾ ਪੂਰਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹਨਾਂ ਦੀ ਹਸਤੀ ਇਸ ਤਰ੍ਹਾਂ ਦੀ ਦਿਸਣ ਲੱਗ ਪਈ ਜਿਵੇਂ ਕਿਸੇ ਸੰਤ ਮਹਾਤਮਾ ਦੀ ਹੋਵੇ। ਕੇਸ ਦਾੜੀ ਕਾਰਨ ਉਹ ਨਿਰੋਲ ਸੰਤ ਲੱਗਦੇ ਸਨ। ਆਪ ਜੀ ਦਾ ਕਹਿਣਾ ਸੀ ਕਿ ਕੇਸ ਮੈਂ ਆਪ ਨਹੀਂ ਰੱਖੇ, ਸਗੋਂ ਈਸ਼ਵਰ ਵੱਲੋਂ ਸਰੀਰ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਏ ਨੇ ਤੇ ਮੈਂ ਪਿਆਰ ਸਤਿਕਾਰ ਨਾਲ ਇਹਨਾਂ ਦੀ ਸੰਭਾਲ ਕਰਦਾ ਹਾਂ। ਟਾਲਸਟਾਏ, ਰੂਸ ਦੇਸ਼ ਦਾ ਵਿਸ਼ਵ ਪ੍ਰਸਿੱਧ ਲਿਖਾਰੀ ਸ੍ਰੀ ਟਾਲਸਟਾਏ ਆਪਣੇ ਕੇਸ ਦਾੜੀ ਦਾ ਬਹੁਤ ਖਿਆਲ ਰੱਖਦਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ ਤਾਂ ਉਸ ਨੇ ਕੇਸਾਂ ਨੂੰ ਕੁਦਰਤ ਦੇ ਨੇੜੇ ਹੋਣ ਦਾ ਸਾਧਨ ਦੱਸਿਆ ਤੇ ਕਿਹਾ, ਮਨੁੱਖ ਦੇ ਸਰੀਰ ਲਈ ਰੋਮ ਇਵੇਂ ਨੇ ਜਿਵੇਂ ਧਰਤੀ ਲਈ ਬਨਸਪਤੀ। ਸੋ ਇਹ ਤਾਂ ਸਾਨੂੰ ਕੁਝ ਗੱਲਾਂ ਜਿਹੜੀਆਂ ਕਿ ਕੇਸਾਂ ਦੇ ਨਾਲ, ਕੇਸਾਂ ਦੀ ਮਹੱਤਤਾ ਦੇ ਨਾਲ ਸੰਬੰਧਿਤ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜੀ ਕੁਰੈਤ ਹੈ ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਰ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਰ। ਜਿਸ ਸਿਮਰਤ ਸੁਖ ਪਾਇਆ, ਸਭ ਤਿਖਾ 부ਜਾਈ। ਜਿਸ ਸਿਮਰਤ ਸੁਖ ਪਾਇਆ, ਸਭ ਤਿਖਾ 부ਜਾਈ। ਸਭ ਤਿਖਾ 부ਜਾਈ, ਮਿਲ ਪੀਵੋ ਪਾਰ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਰ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨਾ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨਾ ਕਾਈ। ਭੁਖ ਰਹਿ ਨਾ ਕਾਈ, ਮਿਲ ਪੀਵੋ ਪਾਰ। ਅੰਮ੍ਰਿਤ ਨਾਮ ਨਿਦਾਨ ਹੈ,
ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਤੁਧ ਜੇ ਵੱਡ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ। ਤੁਧ ਜੇ ਵੱਡ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ। ਨਾਨਕ ਸ਼ਰਨਾਈ ਮਿਲ ਪੀਵੋ ਪਾਈ। ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ। ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ। ਅੰਮ੍ਰਿਤ ਨਾਮ ਨਾਮ ਨਿਦਾਨ। ਅੰਮ੍ਰਿਤ ਨਾਮ ਨਿਦਾਨ ਮਿਲ ਪੀਵੋ ਪਾਈ। ਮਿਲ ਪੀਵੋ ਪਾਈ। ਮਿਲ ਪੀਵੋ ਪਾਈ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਤੇ ਆਓ ਚੱਲਦੇ ਹਾਂ ਅਗਲੀ ਜਿਹੜੀ ਬੱਜਰ ਕ੍ਰੈਤ ਹੈ ਉਹ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ। ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਕਰਨਾ ਅੰਮ੍ਰਿਤਧਾਰੀ ਸਿੱਖ ਲਈ ਇੱਕ ਬੱਜਰ ਕ੍ਰੈਤ ਹੈ। ਜੇ ਇਹ ਗੁਰਸਿੱਖ ਕੋਲੋਂ ਹੋ ਜਾਵੇ ਤਾਂ ਉਹ ਮਾਤਾ ਸਾਹਿਬ ਕੌਰ ਜੀ ਦੀ ਗੋਦ ਦੇ ਵਿੱਚੋਂ ਡਿੱਗ ਜਾਂਦਾ ਹੈ ਤੇ ਉਸ ਨੂੰ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਤਨਖਾਹ ਲਗਵਾ ਕੇ ਫਿਰ ਅੰਮ੍ਰਿਤ ਛਕਣਾ ਪੈਂਦਾ ਹੈ। ਇਹ ਬੱਜਰ ਕ੍ਰੈਤ ਕਰਨੀ ਸਿੱਖ ਲਈ ਪ੍ਰਭੂ ਮਿਲਾਪ ਤੇ ਗੁਰਮਤ ਮਾਰਗ ਤੇ ਚੱਲਣ ਲਈ ਵੱਡੀ ਰੁਕਾਵਟ ਹੈ। ਭਾਈ ਗੁਰਦਾਸ ਜੀ ਅਨੁਸਾਰ ਪਰ ਇਸਤਰੀ ਨਾਲ ਅਨੈਤਿਕ ਸੰਬੰਧ ਸੱਪ ਦੀ ਸੰਗਤ ਕਰਨ ਦੇ ਬਰਾਬਰ ਨੇ। ਜਿਸ ਤਰ੍ਹਾਂ ਜ਼ਹਿਰੀਲੇ ਸੱਪ ਦਾ ਸੰਗ ਮਾਰੂ ਹੁੰਦਾ ਹੈ, ਉਸੇ ਤਰ੍ਹਾਂ ਪਰਾਈ ਇਸਤਰੀ ਦਾ ਸੰਗ ਵੀ ਮਾਰੂ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 403 ਤੇ ਇਹ ਫਰਮਾਨ ਹੈ, ਜੈਸਾ ਸੰਗ ਬਿਸੀਅਰ ਸਿਉ ਹੈ, ਰੇ ਤੈਸੋ ਹੀ ਇਹ ਪਰ ਗ੍ਰਹਿਓ। ਵਾਸਤਵ ਦੇ ਵਿੱਚ ਕੋਈ ਵੀ ਪੁਰਸ਼ ਦੂਸਰੀਆਂ ਇਸਤਰੀਆਂ ਨਾਲ ਜੇ ਵਿਚਾਰ ਕਰਦਾ ਹੈ ਤਾਂ ਸਮਾਜ ਤੋਂ ਚੋਰੀ ਛੁਪੇ ਹੀ ਕਰਦਾ ਹੈ ਤੇ ਸਮਝਦਾ ਹੈ ਕਿ ਉਸ ਨੂੰ ਕੋਈ ਵੇਖ ਨਹੀਂ ਰਿਹਾ। ਪਰ ਉਹ ਇਹ ਭੁੱਲ ਜਾਂਦਾ ਹੈ ਕਿ ਉਹ ਅਕਾਲ ਪੁਰਖ ਤਾਂ ਉਸ ਨੂੰ ਸਦਾ ਹਰ ਥਾਂ ਦੇਖ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 156 ਤੇ ਫਰਮਾਉਂਦੇ ਨੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਚਿੱਤਰਗੁਪਤ ਤਾਂ ਇਸ ਦੀਆਂ ਕੀਤੀਆਂ ਸਾਰੀਆਂ ਕਰਤੂਤਾਂ ਦਾ ਹਿਸਾਬ ਰੱਖਦਾ ਹੈ। ਅਜਿਹਾ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਪਿੱਛੇ ਪਰਾਈ ਇਸਤਰੀ ਨਾਲ ਕੁਕਰਮ ਕਰਦਾ ਹੈ, ਪਰ ਜਦੋਂ ਧਰਮਰਾਜ ਇਸ ਦੀਆਂ ਕਰਤੂਤਾਂ ਦਾ ਹਿਸਾਬ ਲਵੇਗਾ ਤਾਂ ਕੋਈ ਇਹਨਾਂ ਕਰਤੂਤਾਂ ਤੇ ਪਰਦਾ ਨਹੀਂ ਪਾ ਸਕੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 616 ਅੰਗ ਤੇ ਫਰਮਾਉਂਦੇ ਨੇ, ਦੇਖ ਵਾੜ ਅਨੇਕ ਪੜਦੇ ਮਹਿ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਇਸ ਵਿਸ਼ੇ ਵਿਕਾਰ ਦੇ ਵਿੱਚ ਗੁਲਤਾਨ ਮਨੁੱਖ ਵੱਧਦਾ ਚੋਰਾਂ ਠੱਗਾਂ ਵਾਲਾ ਸੁਭਾਅ ਬਣਾ ਲੈਂਦਾ ਹੈ। ਇਸੇ ਸੁਭਾਅ ਕਾਰਨ ਉਹ ਕੁਕਰਮ ਕਰਦਿਆਂ ਸਮਾਜ ਦਾ ਭਰੋਸਾ ਗਵਾ ਬੈਠਦਾ ਹੈ ਤੇ ਚਰਿੱਤਰ ਭ੍ਰਿਸ਼ਟ ਹੋ ਕੇ ਆਪਣਾ ਮਨੋਬਲ ਗਵਾ ਬੈਠਦਾ ਹੈ। ਕੁਕਰਮਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਤੇ ਰੱਬ ਦੀ ਦਰਗਾਹ ਦੇ ਵਿੱਚ ਸ਼ਰਮਸਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1362 ਅੰਗ ਤੇ ਫਰਮਾਉਂਦੇ ਨੇ, ਪਰ ਤ੍ਰੈ ਰਾਵਣ ਜਾਹੇ ਸਈ ਤਾਂ ਲਾਜੀ ਹੈ। ਅਜਿਹੀ ਅਵਸਥਾ ਦੇ ਵਿੱਚ ਮਨੁੱਖ ਦੀ ਸੁਰਤ ਪ੍ਰੇਮ
ਪ੍ਰਭੂ ਪ੍ਰੇਮ ਅਤੇ ਅਧਿਆਤਮਕ ਮਾਰਗ ਤੋਂ ਉਲਟ ਦੁਨਿਆਵੀ ਵਿਸ਼ੇ ਵਿਕਾਰਾਂ ਵਿੱਚ ਉਲਝ ਜਾਂਦੀ ਹੈ। ਉਸ ਦੇ ਕੀਤੇ ਸਾਰੇ ਸ਼ੁਭ ਕਰਮ ਗਲ ਜਾਂਦੇ ਨੇ ਤੇ ਜੇ ਉਹ ਧਾਰਮਿਕ ਕੰਮ ਅਥਵਾ ਬਾਣੀ ਵੀ ਪੜ੍ਹਦਾ ਹੈ ਤਾਂ ਬਾਹਰ ਮੁਖੀ ਹੋ ਕੇ ਕੇਵਲ ਦਿਖਾਵੇ ਮਾਤਰ ਹੀ ਕਰਦਾ ਹੈ। ਉਸ ਦਾ ਸਾਰਾ ਜੀਵਨ ਬਰਬਾਦ ਹੋ ਜਾਂਦਾ ਹੈ ਤੇ ਉਹ ਆਵਾਗਮਨ ਦੇ ਗੇੜ ਵਿੱਚ ਪੈ ਨੀਵੀਆਂ ਜੂਨਾਂ ਦੇ ਵਿੱਚ ਜਨਮ ਲੈਂਦਾ ਰਹਿੰਦਾ ਹੈ। ਇਹੋ ਜਿਹਾ ਕਾਮੀ ਮਨੁੱਖ ਆਪਣਾ ਮਾਨਸਿਕ ਮਨੋਬਲ ਗਵਾ ਢਹਿੰਦੀਆਂ ਕਲਾਂ ਤੋਂ ਬਚਣ ਲਈ ਭਿਆਨਕ ਨਸ਼ਿਆਂ ਦਾ ਸਹਾਰਾ ਲੈਂਦਾ ਹੈ, ਜਿਸ ਕਰਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਨੈਤਿਕ ਸੰਬੰਧ ਕੁਦਰਤ ਦੇ ਇਲਾਹੀ ਨਿਯਮਾਂ ਦਾ ਉਲੰਘਣ ਹੋਣ ਕਰਕੇ ਕਈ ਬਿਮਾਰੀਆਂ ਦਾ ਘਰ ਨੇ, ਜਿਵੇਂ ਕਿ ਆਤਿਸ਼, ਉਪਦਾਂਸ, ਸਜਾਕ ਤੇ ਏਡਸ ਆਦਿ, ਜਿਨ੍ਹਾਂ ਨਾਲ ਸਰੀਰ ਜਰਜਰੀ ਹੋ ਕੇ ਨਿਰਬਲ ਹੋ ਜਾਂਦਾ ਹੈ ਤੇ ਭਿਆਨਕ ਮੌਤ ਦੇ ਮੂੰਹ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵ ਕਲਾ ਸਮਰੱਥ ਜਾਣੀ ਜਾਣ ਸਨ, ਜਿਨ੍ਹਾਂ ਨੇ ਸਿੱਖ ਨੂੰ ਅਜਿਹੇ ਭਿਆਨਕ ਕਰਮਾਂ ਤੋਂ ਬਚਾਉਣ ਖਾਤਰ ਅਤੇ ਗੁਰਮਤਿ ਮਾਰਗ ਤੇ ਚੱਲ ਕੇ ਪ੍ਰਭੂ ਮਿਲਾਪ ਖਾਤਰ ਅੱਜ ਤੋਂ 300 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪਰ ਇਸਤਰੀ ਜਾਂ ਪਰ ਪੁਰਸ਼ ਦੇ ਗਮਨ ਨੂੰ ਇੱਕ ਬੱਜਰ ਕਰੈਤ ਦੱਸ ਕੇ ਆਪਣੇ ਸਿੱਖ ਨੂੰ ਇਸ ਤੋਂ ਬਚਾ ਲਿਆ। ਅਧਿਆਤਮਕ ਮਾਰਗ ਤੇ ਚੱਲ ਕੇ ਪ੍ਰਭੂ ਮਿਲਾਪ ਪਾਉਣ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਤ, ਗ੍ਰਸਤ ਨੇਮ ਧਾਰਨਾ ਇੱਕ ਸਰਬੋਤਮ ਗੁਣ ਦੱਸਿਆ ਹੈ, ਜਿਸ ਨਾਲ ਧੀਰਜ ਤੇ ਸੰਤੋਖ ਆਉਂਦਾ ਹੈ ਤੇ ਸੁਰਤ ਸੁਤੇ ਸਿੱਧ ਹੀ ਨਾਮ ਬਾਣੀ ਸਿਮਰਨ ਵਿੱਚ ਲੱਗ ਜਾਂਦੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜਤ ਪਹਾਰਾ ਧੀਰਜ ਸੁਨਿਆਰ। ਗੁਰਬਾਣੀ ਦਾ ਉਪਦੇਸ਼ ਹੈ ਕਿ ਸਿੱਖ ਵਿਆਹ ਉਪਰੰਤ ਗ੍ਰਸਤ ਦੇ ਨਿਯਮ ਅਨੁਸਾਰ ਜਤ ਰੱਖੇ ਅਤੇ ਪਰ ਇਸਤਰੀ ਜਾਂ ਪਰ ਪੁਰਸ਼ ਵੱਲ ਵੇਖਣ ਤੋਂ ਬਚੇ। ਇਸ ਤਰ੍ਹਾਂ ਮਨੁੱਖ ਦੀ ਮੱਤ ਮਲੀਨ ਹੋਣ ਤੋਂ ਬਚ ਜਾਵੇਗੀ ਤੇ ਸੁਰਤ ਗੁਰਮਤਿ ਤੇ ਚੱਲ ਕੇ ਪ੍ਰਭੂ ਗਿਆਨ ਵੱਲ ਵਧੇਗੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੇ। ਭਾਵ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਆਤਮ ਪਦ ਦੇ ਬੰਦੀ ਇੱਕੋ ਨਾਰੀ ਨਾਲ ਜਤ ਸਤ ਰੱਖਦਾ ਹੈ ਤੇ ਪਰਾਈ ਇਸਤਰੀ ਨੂੰ ਧੀ ਭੈਣ ਸਮਝਦਾ ਹੈ। ਤੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਵੀ ਫਰਮਾਉਂਦੇ ਨੇ, ਦੇਖ ਪੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਵ ਕਿ ਪਰਾਈ ਇਸਤਰੀ ਨੂੰ ਮਾਂ ਭੈਣ ਤੇ ਧੀ ਸਮਝਣ ਦੀ ਪ੍ਰੇਰਨਾ ਕਰ ਰਹੇ ਨੇ ਭਾਈ ਗੁਰਦਾਸ ਜੀ। ਹੋ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਉਹ ਗੁਰ ਸਿੱਖ ਧੰਨ ਤਾਂ ਦੇ ਯੋਗ ਹੈ ਜੋ ਪਰਾਈ ਇਸਤਰੀ ਦੇ ਰੂਪ ਨੂੰ ਮੰਦ ਭਾਵਨਾ ਨਾਲ ਨਹੀਂ ਦੇਖਦੇ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ 274 ਅੰਗ ਤੇ ਫਰਮਾਉਂਦੇ ਨੇ, ਪਰ ਤ੍ਰੈ ਰੂਪ ਨ ਪੇਖੈ ਨੇਤਰ। ਭਾਵ ਕਿ ਮਨੁੱਖ ਨੂੰ ਪਰਾਈ ਇਸਤਰੀ ਦੇ ਰੂਪ ਰੰਗ ਨੂੰ ਮੰਦ ਭਾਵਨਾ ਨਾਲ ਨਹੀਂ ਦੇਖਣਾ ਚਾਹੀਦਾ। ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਜਤ ਸਤ ਦੀ ਪ੍ਰਤੱਖ ਮਿਸਾਲ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜ਼ਿੰਦਗੀ ਤੋਂ ਮਿਲਦੀ ਹੈ, ਜਿਨ੍ਹਾਂ ਨੇ ਗ੍ਰਸਤੀ ਹੋਣ ਕਰਕੇ ਵੀ ਆਪਣਾ ਸਾਰਾ ਜੀਵਨ ਸੱਚ ਦੇ ਮਾਰਗ ਤੇ ਉਪਦੇਸ਼ ਦਿੰਦੇ ਬਿਤਾਇਆ ਤੇ ਲਗਭਗ 25 ਸਾਲ ਆਪ ਜੀ ਨੇ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਇਸ ਨਿਯਮ ਵੱਲ ਇਸ਼ਾਰਾ ਕਰਦੇ ਹੋਏ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ, ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਵਹਿ ਹੈ ਘਰ-ਬਾਰ। ਭਾਵ ਮਨੁੱਖ ਆਪਣੇ ਆਪ ਨੂੰ ਜਤੀ ਅਖਵਾ ਘਰ-ਬਾਰ ਤਾਂ ਛੱਡ ਜਾਂਦਾ ਹੈ, ਪਰ ਜਤ ਸਤ ਦੀ ਅਸਲ ਜੁਗਤ ਨਹੀਂ ਸਮਝ ਪਾਉਂਦਾ। ਗੁਰਬਾਣੀ ਦਾ ਨਿਰਣਾ ਸਾਫ਼ ਹੈ ਕਿ ਜੇਕਰ ਜੀਵ ਨੇ ਆਪਣੇ ਆਪ ਨੂੰ ਕਾਮ ਵਾਸ਼ਨਾ ਤੋਂ ਨਹੀਂ ਬਚਾਇਆ, ਇੰਦਰੀਆਂ ਦੇ ਮੰਦੇ ਕਰਮ ਕਰਨ ਤੋਂ ਨਹੀਂ ਵਰਜਿਆ, ਤਾਂ ਆਚਰਨ ਉੱਚਾ ਨਹੀਂ ਰੱਖਿਆ, ਤਾਂ ਉਸ ਦਾ ਜੀਵਨ ਆਪਣੇ ਸਰੀਰ ਦੇ ਵਿੱਚ ਹੀ ਇੱਕ ਲੱਕੜੀ ਦੀ ਤਰ੍ਹਾਂ ਕੁਰਖਤ ਹੋ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 906 ਅੰਗ ਤੇ ਫਰਮਾਉਂਦੇ ਨੇ, ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਪਿਆ। ਸੋ ਅਗਲੀ ਜਿਹੜੀ ਹੈ ਕੁਰੈਤ ਹੈ, ਉਹ ਹੈ ਤੰਬਾਕੂ ਤੇ ਹੋਰ ਨਸ਼ਿਆਂ ਦਾ ਵਰਤਣ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ।
कादरे हर कार गुर गोबिंद सिंह बेकसारा यार गुर गोबिंद सिंह कादरे हर कार गुर गोबिंद सिंह बेकसारा यार गुर गोबिंद सिंह नासरो मंसूर गुर गोबिंद सिंह नासरो मंसूर गुर गोबिंद सिंह तेज दी मंजूर गुर गोबिंद सिंह तेज दी मंजूर गुर गोबिंद सिंह हकरा गंजूर गुर गोबिंद सिंह हकरा गंजूर गुर गोबिंद सिंह जुमला फैज़े नूर गुर गोबिंद सिंह जुमला फैज़े नूर गुर गोबिंद सिंह कादरे हर कार गुर गोबिंद सिंह बेकसारा यार गुर गोबिंद सिंह बेकसारा यार गुर गोबिंद सिंह हक हक आगा गुर गोबिंद सिंह हक हक आगा गुर गोबिंद सिंह शाह शागन शाह गुर गोबिंद सिंह शाह शागन शाह गुर गोबिंद सिंह बर दो आलम शाह गुर गोबिंद सिंह बर दो आलम शाह गुर गोबिंद सिंह खसम राजा का गुर गोबिंद सिंह खसम राजा का गुर गोबिंद सिंह कादरे हर कार गुर गोबिंद सिंह बेकसारा यार गुर गोबिंद सिंह बेकसारा यार गुर गोबिंद सिंह फायजुल अनवार गुर गोबिंद सिंह फायजुल अनवार गुर गोबिंद सिंह काशफुल असरार गुर गोबिंद सिंह काशफुल असरार गुर गोबिंद सिंह आलमुल असतार गुर गोबिंद सिंह आलमुल असतार गुर गोबिंद सिंह अबरे रहमत वार गुर गोबिंद सिंह अबरे रहमत वार गुर
ਹਰਕਾਰ ਗੁਰ ਗੋਬਿੰਦ ਸਿੰਘ ਬੇਕਸਾ ਰਾਇਆ ਰੇ ਗੁਰ ਗੋਬਿੰਦ ਸਿੰਘ ਬੇਕਸਾ ਰਾਇਆ ਰੇ ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ਹੱਕ ਹੱਕ ਆਈ ਨਾ ਗੁਰ ਗੋਬਿੰਦ ਸਿੰਘ ਹੱਕ ਹੱਕ ਆਈ ਨਾ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਹਾਂਜੀ, ਇਹ ਸਨ ਭਾਈ ਗੋਪਾਲ ਸਿੰਘ ਜੀ ਰਾਗੀ। ਤੇ ਆਓ ਚੱਲਦੇ ਹਾਂ ਅਗਲੀ ਤੀਸਰੀ ਜਿਹੜੀ ਕੁਰੈਤ ਹੈ, ਬੱਜਰ ਕੁਰੈਤ ਹੈ, ਉਹ ਹੈ ਤੰਬਾਕੂ ਤੇ ਹੋਰ ਨਸ਼ਿਆਂ ਦਾ ਵਰਤਣਾ। ਸਿੱਖ ਧਰਮ ਦੇ ਵਿੱਚ ਤੰਬਾਕੂ ਤੇ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਕਰਨੇ ਬਵਰਜਿਤ ਨੇ। ਇਹਨਾਂ ਦੇ ਸੇਵਨ ਦੇ ਨਾਲ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ ਤੇ ਉਹ ਵਿਸ਼ੇ ਵਕਾਰਾਂ ਦੇ ਵੱਲ ਖਚਿਤ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਤੰਬਾਕੂ ਤੇ ਸ਼ਰਾਬ ਦਾ ਨਸ਼ਾ ਇਨਸਾਨ ਨੂੰ ਇਨਸਾਨੀਅਤ ਤੋਂ ਹੇਠਾਂ ਗਿਰਾ ਦਿੰਦਾ ਹੈ। ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਸਰੀਰ ਨਿਰਬਲ ਹੋ ਜਾਂਦਾ ਹੈ। ਸੋਚਣ ਸਮਝਣ ਦੀ ਸ਼ਕਤੀ ਨਹੀਂ ਰਹਿੰਦੀ ਤੇ ਉਮਰ ਵੀ ਘਟ ਜਾਂਦੀ ਹੈ। ਭਿਆਨਕ ਕੈਂਸਰ ਵਰਗੇ ਰੋਗ ਆ ਚੰਬੜਦੇ ਨੇ। ਰਹਿਤਨਾਮਾ ਭਾਈ ਦੇਸਾ ਸਿੰਘ ਜੀ ਦੇ ਵਿੱਚ ਭਾਈ ਦੇਸਾ ਸਿੰਘ ਜੀ ਇਸ ਤਰ੍ਹਾਂ ਜਿਹੜੀ ਹੈ ਰਹਿਤ ਬਾਰੇ ਜ਼ਿਕਰ ਕਰਦੇ ਨੇ। ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ ਇਨਕੀ ਔਰ ਨਾ ਕਬਹੂ ਦੇਖੈ, ਰਹਿਤ ਬੰਤ ਜੋ ਸਿੱਖ ਸਿੰਘ ਵਿਵੇਕ ਬਿਸਿੱਖ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਤੋਂ 300 ਸਾਲ ਤੋਂ ਵੀ ਪਹਿਲਾਂ ਸਿੱਖ ਲਈ ਨਸ਼ਾ ਕਰਨਾ ਇੱਕ ਬੱਜਰ ਕੁਰੈਤ ਦੱਸ ਦਿੱਤਾ ਸੀ। ਗੁਰੂ ਜੀ ਨੇ ਇਹਨਾਂ ਨਸ਼ਿਆਂ ਤੋਂ ਸਿੱਖ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਵਰਜਿਆ ਤੇ ਹੁਕਮ ਕੀਤਾ ਕਿ ਇਹਨਾਂ ਨਾਲ ਭਿਆਨਕ ਸਰੀਰਕ ਤੇ ਮਾਨਸਿਕ ਰੋਗ ਲੱਗ ਜਾਂਦੇ ਨੇ ਤੇ ਮਨੁੱਖ ਦਾ ਮਨ ਭਟਕਦਾ ਹੈ ਤੇ ਪ੍ਰਭੂ ਸਿਮਰਨ ਦੇ ਵਿੱਚ ਨਹੀਂ ਲੱਗਦਾ। ਤੰਬਾਕੂ ਸੇਵਨ ਕਰਨ ਵਾਲਿਆਂ ਦੀ ਇਹ ਮਨ ਘੜਤ ਦਲੀਲ ਹੈ ਕਿ ਇਸ ਦੇ ਸੇਵਨ ਦੇ ਨਾਲ ਮਨ ਦੀ ਇਕਾਗਰਤਾ ਵੱਧਦੀ ਹੈ ਤੇ ਇਨਸਾਨ ਜ਼ਿਆਦਾ ਕੰਮ ਕਰ ਸਕਦਾ ਹੈ, ਜੋ ਬਿਲਕੁਲ ਹੀ ਨਿਰਾਰਥ ਹੈ ਤੇ ਆਪਣੀ ਕਮਜ਼ੋਰੀ ਨੂੰ ਲੁਕਾਉਣ ਦੀ ਇੱਕ ਨਾਕਾਮਯਾਬ ਕੋਸ਼ਿਸ਼ ਹੈ। ਜਦੋਂ ਅੰਗਰੇਜ਼ ਹਿੰਦੁਸਤਾਨ ਵਿੱਚ ਆਏ ਤਾਂ ਉਹ ਤੰਬਾਕੂ ਦਾ ਸੇਵਨ ਕਰਦੇ ਸਨ। ਉਹਨਾਂ ਨੂੰ ਦੇਖਾ ਦੇਖੀ ਵੱਡੇ ਵੱਡੇ ਧਨਾੜ ਤੇ ਰਾਜੇ ਮਹਾਰਾਜਿਆਂ ਦੇ ਕੁਟੁੰਬਾਂ ਨੇ ਵੀ ਇਸ ਦਾ ਸੇਵਨ ਸ਼ੁਰੂ ਕਰ ਦਿੱਤਾ। ਇਹ ਭੈੜੀ ਹਾਲਤ ਸੀਨੇ ਬਸੀਨੇ ਵੱਧਦੀ ਗਈ ਤੇ ਅੱਜ ਉਹ ਹੀ ਅੰਗਰੇਜ਼ ਹਕੂਮਤਾਂ ਤੰਬਾਕੂ ਦੇ ਸੇਵਨ ਨੂੰ ਖਤਰਨਾਕ ਸਮਝ ਕੇ ਇਸ ਦੀ ਰੋਕਥਾਮ ਕਰਨ ਲਈ ਕਾਨੂੰਨੀ ਕਾਰਵਾਈਆਂ ਕਰ ਰਹੀਆਂ ਨੇ ਤੇ ਭਾਰਤ ਵਿੱਚ ਵੀ ਤੰਬਾਕੂ ਦੇ ਸੇਵਨ ਦੇ ਵਿਰੁੱਧ ਇਹਨਾਂ ਕਾਨੂੰਨਾਂ ਨੂੰ ਅਪਣਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸੰਸਾਰ ਦੀ ਇਸ ਭੈੜੀ ਹਾਲਤ ਤੋਂ ਲੁਕਾਈ ਨੂੰ ਮੋੜ ਪਾਇਆ ਅਤੇ ਅੱਜ ਹਿੰਦੁਸਤਾਨ ਤਾਂ ਕਿ ਸਾਰੇ ਸੰਸਾਰ ਦੀਆਂ ਹਕੂਮਤਾਂ ਤੰਬਾਕੂ ਦੇ ਭੈੜਿਆਂ ਨਤੀਜਿਆਂ ਤੋਂ ਬਚਣ ਲਈ ਕਾਨੂੰਨੀ ਕਾਰਵਾਈ ਕਰ ਰਹੀਆਂ ਨੇ। ਸ਼ਰਾਬ ਦੇ ਨਸ਼ੇ ਦੀ ਤਾੜਨਾ ਪਾਵਨ ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਸ਼ਰਾਬ ਪੀਣ ਦੇ ਨਾਲ ਮਨੁੱਖ ਦੀ ਮੱਤ
ਉੱਕਾ ਹੀ ਮਾਰੀ ਜਾਂਦੀ ਹੈ ਤੇ ਝਲਪੁਣਾ ਉਪਜਦਾ ਹੈ। ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਖਸਮ ਵਾਹਿਗੁਰੂ ਵਿਸਰ ਜਾਂਦਾ ਹੈ ਤੇ ਮਾਲਕ ਦੀ ਦਰਗਾਹ ਵਿੱਚ ਧੱਕੇ ਪੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 554 ਤੇ ਫਰਮਾਉਂਦੇ ਨੇ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿਤ ਪੀਤੇ ਖਸਮ ਬਿਸਰੈ, ਦਰਗਹਿ ਮਿਲੈ ਸਿਜਾਏ, ਝੂਠਾ ਮਦ ਮੂਲ ਨਾ ਪੀਚਈ, ਜਾ ਕਾ ਪਾਰ ਬਸਾਏ, ਜੇ ਕਾ ਪਾਰ ਬਸਾਏ। ਸ਼ਰਾਬ ਇੱਕ ਐਸਾ ਭੈੜਾ ਨਸ਼ਾ ਹੈ ਜਿਸ ਦਾ ਸੇਵਨ ਨਾਲ ਮਨੁੱਖ ਅਧਿਆਤਮਕ ਮਾਰਗ ਦੀ ਪੌੜੀ ਤੋਂ ਡਿੱਗ ਪੈਂਦਾ ਹੈ। ਮਤ ਮਲੀਨ ਕਰ ਵਿਸ਼ੇ ਵਿਕਾਰਾਂ ਵਿੱਚ ਖਚਤ ਹੁੰਦਾ ਹੈ ਤੇ ਭਿਆਨਕ ਰੋਗਾਂ ਦੇ ਵਿੱਚ ਫਸ ਕੇ ਸਰੀਰ ਤੇ ਕਸ਼ਟ ਸਹਾਰਦਾ ਹੈ। ਉਸ ਦਾ ਸੁਭਾਅ ਅਸ਼ਾਂਤ ਹੋ ਆਪਣੇ ਪਰਿਵਾਰ ਦੇ ਨਾਲ ਕਲੇਸ਼ ਦਾ ਕਾਰਨ ਬਣਦਾ ਹੈ। ਜਵਾਨ ਸਾਥ ਨਹੀਂ ਦਿੰਦੀ, ਗਾਲੀ ਗਲੋਚ ਕਰਦਾ ਹੈ, ਵਾਦ ਵਿਵਾਦ ਲੜਾਈ ਝਗੜਿਆਂ ਦਾ ਪਾਤਰ ਬਣ ਇਹੋ ਜਿਹੇ ਮਨੁੱਖ ਨੂੰ ਕਤਲ ਦੀ ਨੌਬਤ ਤੱਕ ਪਹੁੰਚਦੇ ਵੇਖਿਆ ਗਿਆ ਹੈ। ਇਸਤਰੀ ਪੁਰਸ਼ ਦੇ ਤਲਾਕ ਹੋ ਜਾਂਦੇ ਨੇ, ਘਰ-ਬਾਰ ਉੱਜੜ ਜਾਂਦੇ ਨੇ। ਇਹ ਵੇਖਣ ਵਿੱਚ ਆਇਆ ਹੈ ਕਿ ਇਨਸਾਨ ਸਾਰੇ ਜ਼ੁਲਮ ਤੇ ਕਾਲੀਆਂ ਕਰਤੂਤਾਂ ਮੱਤ ਮਾਰ ਕੇ ਅਥਵਾ ਸ਼ਰਾਬ ਦੇ ਨਸ਼ੇ ਦੇ ਅਧੀਨ ਹੀ ਕਰਦਾ ਹੈ। ਵੱਡੇ ਵੱਡੇ ਚੋਰ, ਡਾਕੂ, ਲਟੇਰੇ ਸਭ ਨਸ਼ਈ ਹੁੰਦੇ ਨੇ। ਸਾਰੇ ਕੁਕਰਮ ਨਸ਼ੇ ਅਧੀਨ ਹੋ ਕੇ ਹੀ ਕਰਦੇ ਨੇ। ਤੰਤਰ ਮੰਤਰ ਜੰਤਰ ਜਾਦੂ ਟੂਣੇ ਤੇ ਭੈੜੀਆਂ ਰੂਹਾਂ ਦੀ ਉਪਾਸਨਾ ਕਰਕੇ ਦੁਨਿਆਵੀ ਕਾਰਜਾਂ ਲਈ ਸਿੱਧੀਆਂ ਪ੍ਰਾਪਤ ਕਰਨ ਵਾਲਿਆਂ ਦਾ ਵੀ ਰੁਝਾਨ ਸ਼ਰਾਬ ਮਾਸ ਵੱਲ ਹੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਨਸ਼ੇ ਕਰਨ ਵਾਲਿਆਂ ਦੀ ਬੁੱਧ ਭ੍ਰਿਸ਼ਟ ਜਾਂਦੀ ਹੈ, ਪ੍ਰਭੂ ਵਿਸਰ ਜਾਂਦਾ ਹੈ ਅਤੇ ਦੁਰਲਭ ਮਨੁੱਖਾ ਜਨਮ ਆਕਾਸ਼ ਚਲਾ ਜਾਂਦਾ ਹੈ। ਆਪ ਜੀ ਫਰਮਾਉਂਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1001 ਅੰਗ ਤੇ, ਪ੍ਰਾਨ ਸੁਖਦਾਤਾ ਜੀ ਸੁਖਦਾਤਾ, ਤੁਮ ਕਾਹੇ ਵਿਸਾਰਿਓ ਅਗਿਆਨਤ, ਹੋਸ਼ਾ ਮਦ ਚਾਕ ਹੋਏ ਤੁਮ ਬਾਬਰ, ਦੁਰਲਭ ਜਨਮ ਆਕਾਰਤ। ਗੁਰਮਤਿ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਸਖਤ ਤਾੜਨਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਸ ਦੇ ਪੀਤਿਆਂ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ ਤੇ ਨਸ਼ਾ ਕਰਨ ਵਾਲਾ ਮਨੁੱਖ ਆਪੇ ਤੋਂ ਬਾਹਰ ਹੋ ਕੇ ਕਾਮੀ ਹੋ ਜਾਂਦਾ ਹੈ ਤੇ ਉਸ ਦੀ ਮੱਤ ਕਮਲੀ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 399 ਅੰਗ ਤੇ ਫਰਮਾਉਂਦੇ ਨੇ, ਦੁਰਮਤ ਮਤ ਜੋ ਪੀਵ ਤੇ ਬਿਖਲੀ ਪਤ ਕਮਲੀ। ਭਗਤ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਸ਼ਰਾਬ ਭਾਵੇਂ ਗੰਗਾ ਜਲ ਤੋਂ ਵੀ ਕਿਉਂ ਨਾ ਬਣਾਈ ਹੋਵੇ, ਅਤਿਅੰਤ ਭ੍ਰਿਸ਼ਟ ਤੇ ਨਾ ਪੀਣ ਯੋਗ ਵਸਤੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1293 ਅੰਗ ਤੇ ਆਪ ਫਰਮਾਉਂਦੇ ਨੇ, ਸੁਰ ਸ੍ਰੀ ਸਲਲ ਕਿਰਤ ਬਾਰੁਨੀ, ਰੇ ਸੰਤ ਜਨ ਕਰਤ ਨਹੀਂ ਪਾਨੰ, ਸੁਰਾ ਪਵਿੱਤਰ ਨਤ ਅਵਰ ਜਲ ਰੇ, ਸੁਰ ਸਰੀ ਮਿਲਤ ਨ ਹੋਏ ਆਨੰ। ਜਿਹੜੇ ਅਗਿਆਨੀ ਜੀਵ ਪਰਮਾਤਮਾ ਨੂੰ ਭੁਲਾ ਕੇ ਮਾਇਆ ਦੇ ਮੋਹ ਦੇ ਵਿੱਚ ਮਾਸ, ਮੱਛੀ ਦੇ ਸੇਵਨ ਅਤੇ ਸ਼ਰਾਬ ਇਤਿਆਦਿਕ ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਨੇ, ਉਹਨਾਂ ਦੇ ਤੀਰਥਾਂ ਤੇ ਜਾ ਕੇ ਕੀਤੇ ਹੋਏ ਸਾਰੇ ਕਰਮ ਧਰਮ ਪੁੰਨ ਦਾਨ ਨਿਫਲ ਜਾਂਦੇ ਨੇ ਤੇ ਉਹ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਨੇ। ਭਗਤ ਕਬੀਰ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1377 ਅੰਗ ਤੇ ਫਰਮਾਉਂਦੇ ਨੇ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਅਫੀਮ ਤੇ ਪੋਸਤ ਦੇ ਡੋਡੇ ਇਹ ਨਸ਼ੇ ਇਨਸਾਨ ਲਈ ਬਹੁਤ ਹੀ ਹਾਨੀਕਾਰਕ ਅਥਵਾ ਜਾਨਲੇਵਾ ਨੇ ਅਤੇ ਸਿੱਖ ਧਰਮ ਵਿੱਚ ਸਖਤ ਵਰਜਿਤ ਨੇ। ਇਹਨਾਂ ਨਸ਼ਿਆਂ ਦੇ ਕਰਨ ਦੇ ਨਾਲ ਮਨੁੱਖ ਹੌਲੀ ਹੌਲੀ ਮੌਤ ਦੇ ਮੂੰਹ ਵੱਲ ਧੱਕਿਆ ਜਾਂਦਾ ਹੈ। ਠੀਕ ਜਿਵੇਂ ਤਪਦਿਕ ਟੀਬੀ, ਬੁਖਾਰ ਜਾਂ ਕੈਂਸਰ ਮਨੁੱਖ ਦੇ ਸਰੀਰ ਨੂੰ ਖਤਮ ਕਰ ਦਿੰਦੇ ਨੇ। ਮਨੁੱਖ ਸਰੀਰਕ ਤੇ ਮਾਨਸਿਕ ਤੌਰ ਤੇ ਨਿਰਬਲ ਹੋ ਜਾਂਦਾ ਹੈ ਤੇ ਪ੍ਰਭੂ ਨੂੰ ਵਿਸਾਰ ਕੇ ਪਸ਼ੂ ਬਿਰਤੀ ਵਾਲਾ ਹੋ ਜਾਂਦਾ ਹੈ। ਅਫੀਮ ਤੇ ਪੋਸਟ ਦੀ ਜਿਉਂਦੀ ਜਾਗਦੀ ਮਿਸਾਲ ਸਾਨੂੰ ਅੱਜ ਤੋਂ 100 ਸਾਲ ਪਹਿਲੇ ਦੇ ਚੀਨ ਦੇਸ਼ ਤੋਂ ਮਿਲਦੀ ਹੈ, ਜਿੱਥੇ ਨਸ਼ਿਆਂ ਵਿੱਚ ਗਲਤਾਨ ਲੁਕਾਈ ਨੂੰ ਦੁਨੀਆ ਦਾ ਸਭ ਤੋਂ ਨਖਿੱਧ ਸਮਾਜ ਸਮਝਿਆ ਜਾਂਦਾ ਸੀ। ਅੱਜ ਉਸੇ ਦੇਸ਼ ਦੇ ਵਿੱਚ ਜਾਗਰੂਕਤਾ ਦੀ ਬਦੌਲਤ ਨਸ਼ੇ ਸੰਪੂਰਨ ਤੌਰ ਤੇ ਵਰਜਿਤ ਨੇ ਤੇ ਉਹ ਦੇਸ਼ ਦੁਨੀਆ ਦਾ
ਚੋਣਵਾ ਸਫਲ ਤੇ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ। ਅੱਜ 21ਵੀਂ ਸਦੀ ਦੇ ਵਿੱਚ ਨਸ਼ਿਆਂ ਦੀ ਹੀ ਭਰਮਾਰ ਹੀ ਲੱਗ ਗਈ ਹੈ। ਭੁੱਕੀ, ਬਰਾਊਨ ਸ਼ੂਗਰ ਵਰਗੇ ਨਸ਼ੇ ਅਤੇ ਡਰੱਗ ਚੱਲ ਪਏ ਨੇ ਜੋ ਇਨਸਾਨ ਦੇ ਸਰੀਰ ਤੇ ਬੁੱਧੀ ਨੂੰ ਨਸ਼ਟ ਕਰ ਦਿੰਦੇ ਨੇ। ਸਿੱਖ ਨੂੰ ਇਹਨਾਂ ਸਾਰਿਆਂ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਤੇ ਅਗਲੀ ਬੱਜਰ ਕ੍ਰੈਤ ਹੈ ਕੁੱਠਾ ਅਥਵਾ ਮਾਸ ਖਾਣਾ। ਗੁਰਮਤਿ ਵਿੱਚ ਕੁੱਠਾ ਅਥਵਾ ਮਾਸ ਖਾਣਾ ਵਰਜਿਤ ਹੈ ਤੇ ਸਿੱਖੀ ਸੰਸਕਾਰ ਦੇ ਮੁਤਾਬਕ ਇੱਕ ਬੱਜਰ ਕ੍ਰੈਤ ਹੈ। ਇਸ ਸੰਬੰਧੀ ਬੜਾ ਹੀ ਭੁਲੇਖਾ ਪਿਆ ਹੋਇਆ ਹੈ ਕਿ ਗੁਰੂ ਸਾਹਿਬ ਨੇ ਇਹ ਫਰਮਾਇਆ ਹੈ ਕਿ ਕੁੱਠਾ ਜੋ ਮੁਸਲਮਾਨੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਮਾਸ ਅਥਵਾ ਹਲਾਲੀ ਮਾਸ ਹੈ ਉਹ ਨਹੀਂ ਖਾਣਾ, ਪਰ ਇਸ ਦੇ ਉਲਟ ਹਿੰਦੂਆਂ ਦੀ ਵਿਧੀ ਅਨੁਸਾਰ ਝਟਕੇ ਨਾਲ ਤਿਆਰ ਕੀਤਾ ਗਿਆ ਮਾਸ ਖਾਣਾ ਜਾਇਜ਼ ਹੈ। ਇਹ ਸਮਝ ਨਹੀਂ ਆਉਂਦੀ ਕਿ ਗੁਰੂ ਮਹਾਰਾਜ ਦੇ ਸੰਬੰਧ ਦੇ ਵਿੱਚ ਇਹ ਦੁਈ ਦਵੈਤ ਭਾਵ ਕਿਸ ਤਰ੍ਹਾਂ ਜੋੜਿਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਗੁਰੂ ਸਾਹਿਬਾਨ ਅਕਾਲ ਪੁਰਖ ਦੇ ਸਰੂਪ ਹੁੰਦੇ ਹੋਏ ਇਸ ਸੰਸਾਰ ਦੇ ਵਿੱਚ ਦੁਈ ਤੇ ਦਵੈਤ ਦੇ ਪਖੰਡ ਨੂੰ ਹਟਾ ਕੇ ਅਧਿਆਤਮਕ ਭਾਈਚਾਰੇ ਦਾ ਉਪਦੇਸ਼ ਦਿੰਦੇ ਰਹੇ ਨੇ, ਜੋ ਉਹਨਾਂ ਦੀ ਉਚਾਰੀ ਬਾਣੀ ਤੋਂ ਸਪਸ਼ਟ ਹੁੰਦਾ ਹੈ। ਉਹਨਾਂ ਨੇ ਤਾਂ ਸਾਰੀ ਮਾਨਵਤਾ ਨੂੰ ਅਕਾਲ ਪੁਰਖ ਦਾ ਜੋਤ ਦੱਸਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਬੋ। ਤੇ ਇਸੇ ਤਰ੍ਹਾਂ ਦੇਹਰਾ ਮਸੀਤ ਸੋਈ ਪੂਜੋ ਔ ਨਵਾਜ ਹੋਈ ਮਾਨਵ ਮਾਨਸ ਸਭ ਹੈ ਏਕ ਪੈ ਅਨੇਕ ਕੋ ਪਰਮਾਵ ਹੈ। ਤਾਂ ਫਿਰ ਆਪ ਜੀ ਕਿਸ ਤਰ੍ਹਾਂ ਦੁਈ ਤੇ ਦਵੈਤ ਦਾ ਜ਼ਹਿਰ ਮਾਨਵਤਾ ਦੇ ਵਿੱਚ ਫੈਲਾਉਣਗੇ। ਇਸ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਦੇ ਕਥਨ ਅਨੁਸਾਰ ਕੁੱਠਾ ਮਾਸ ਹੈ ਜਿਸ ਦਾ ਸੇਵਨ ਨਹੀਂ ਕਰਨਾ। ਇਸ ਦਾ ਵਿਸਥਾਰ ਪੂਰਵਕ ਵਿਚਾਰ ਇਸੇ ਹੀ ਕਿਤਾਬ ਦੇ ਵਿੱਚ ਸਿੱਖ ਮਾਸ ਕਿਉਂ ਖਾਵੇ ਦੇ ਵਿਸ਼ੇ ਹੇਠ ਦਿੱਤਾ ਗਿਆ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਹੈ ਉਹਨਾਂ ਨੇ ਵਿਸਥਾਰ ਪੂਰਵਕ ਸਿੱਖ ਮਾਸ ਕਿਉਂ ਖਾਵੇ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦੀ ਬੇਨਤੀ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਆਪ ਜੀ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਲੈ ਚਲਾਂਗੇ ਤੇ ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਸਤਨਾਮ ਸਤਨਾਮ ਵਾਹਿਗੁਰੂ ਜੀ, ਸਤਨਾਮ ਸਤਨਾਮ ਵਾਹਿਗੁਰੂ ਜੀ, ਸਤਨਾਮ